वाहिगुरू जी का खालसा वाहिगुरू जी की फतेह। हाँ भाई नवनीत तकड़ी है भाई। सत श्री अकाल मेरी भैन, जिਉਂਦੀ ਵਸਦੀ ਰਹਿ। ਤੈਨੂੰ ਮਿਲਣ ਕੌਣ ਆਇਆ ਪਤਾ ਅੱਜ? ਤਾਨਵੀ ਆਈ ਹੈ ਤੇਰੀ। ਕਿੰਨੇ ਸਾਲ ਕਿੱਡੀ ਸੀ ਜਦੋਂ ਤੂੰ ਦੇਖੀ ਸੀ ਤਾਨਵੀ? ਹੈ ਕਿੱਡੀ ਸੀ? ਮੰਨ ਲਓ ਸਾਲ ਕਦੀ ਸੀ ਨਾ? ਉਹਨੂੰ ਤਾਂ ਨਹੀਂ ਸੋਝੀ ਸੀ ਉਦੋਂ, ਹੁਣ ਉਹਨੂੰ ਹਨਾ ਪਤਾ ਨਹੀਂ ਉਦੋਂ ਮੰਮੀ ਕਿੱਦਾਂ ਸੀ ਕਿਵੇਂ ਸੀ। ਹੁਣ ਤੈਨੂੰ ਪਛਾਣੂਗੀ ਉਹ। ਦੇਖ ਲੈ ਇੱਥੇ ਤਾਨਵੀ ਦਿਖ ਰਹੀ ਹੈ ਤੈਨੂੰ ਬੈਠੀ ਕਿਤੇ। ਦੁਬਾਰਾ ਫਿਰ ਤੋਂ ਜਾਣਕਾਰੀ ਦਿੰਦੇ ਜੀ। ਸਾਡੀ ਇਹ ਨਵਨੀਤ ਭੈਣ ਨੂੰ ਚੰਡੀਗੜ੍ਹ 6 ਫੇਸ ਤੋਂ ਲੈ ਕੇ ਆਏ ਸੀਗੇ ਅਸੀਂ ਮੋਹਾਲੀ ਤੋਂ। ਤੇ 6 ਫੇਸ ਦੇ ਵਿੱਚ ਤੁਸੀਂ ਦੇਖਿਆ ਸੀ ਕਿਹੜੇ ਹਾਲਾਤਾਂ ਦੇ ਵਿੱਚ ਸੀ ਭੈਣ। ਘਰ 'ਚ ਕੂੜੇ ਦੇ ਢੇਰ ਲੱਗੇ ਸੀ, ਵਾਲ ਕੱਟੇ ਹੋਏ ਸੀ, ਬਾਹਾਂ ਤੇ ਵੀ ਕੂੜੇ ਦੀਆਂ ਭਰੀਆਂ ਹੋਈਆਂ, ਗੰਦਗੀ ਭਰੀ ਹੋਈ ਸੀ। ਪੈਂਟ ਦੇ ਵਿੱਚ ਪਾ ਪਾ ਕੇ ਸ਼ੀਸ਼ਾ, ਲੀਰਾਂ, ਕੱਪੜੇ ਗੰਦੇ, ਸਾਰਾ ਜਾਣੀ ਕਿ ਜ਼ਿੰਦਗੀ ਇਹਨੇ ਭੈਣ ਨੇ ਆਪਣੀ ਪਤਾ ਨਹੀਂ ਕਿਹੜੇ ਵਿਚਾਰੀ ਹਾਲਾਤਾਂ ਦਾ ਸਾਹਮਣਾ ਕਰ ਰਹੀ ਸੀ ਉੱਥੇ ਪਿਛਲੇ 3-4 ਸਾਲਾਂ ਤੋਂ। ਤੇ ਇਹ ਇਹਨਾਂ ਦੀ ਬੇਟੀ ਤਾਨਵੀ ਤੇ ਇਹਨਾਂ ਦੇ ਮੰਮੀ, ਉਹ ਮੰਮੀ ਦਾ ਕੀ ਨਾਂ ਸੀ? ਗੁਰਬਚਨ ਕੌਰ। ਉਹ ਅਲੱਗ ਰਹਿ ਰਹੇ ਸੀ ਕਿਤੇ ਦੂਰ, ਕਿਉਂਕਿ ਭੈਣ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰਕੇ ਇਹ ਗੁੱਸਾ ਕਰਦੇ ਸੀ, ਮਾਰਦੇ ਕੁੱਟਦੇ ਸੀ ਬਹੁਤ ਜ਼ਿਆਦਾ। ਤੇ ਮੰਮੀ ਨੂੰ ਡਰ ਲੱਗਦਾ ਸੀਗਾ ਵੀ ਕਿਤੇ ਰਾਤ ਨੂੰ ਸਾਡੇ ਤੇ ਕੋਈ ਫਿਰ ਤੋਂ ਹਮਲਾ ਨਾ ਕਰ ਦੇਵੇ ਜਾਂ ਨਾ ਹੋਰ, ਜਿਵੇਂ ਪਹਿਲਾਂ ਕਈ ਵਾਰ ਹੋ ਚੁੱਕਿਆ ਸੀ। ਫਿਰ ਕੋਰਟ ਨੇ ਵੀ ਆਰਡਰ ਕਰਤੇ ਸੀਗੇ ਵੀ ਇਹਨਾਂ ਨੂੰ ਅਲੱਗ ਰੱਖਿਆ ਜਾਵੇ, ਬੱਚੀ ਨੂੰ ਵੀ ਆਪਣੀ ਮਾਂ ਤੋਂ ਦੂਰ ਕਰ ਦਿੱਤਾ ਸੀ। ਪਰ ਅੱਜ ਸਾਡੀ ਨਵਨੀਤ ਭੈਣ ਵੀ ਬਿਲਕੁਲ ਠੀਕ ਆ ਤੇ ਇਹਨਾਂ ਦੀ ਬੇਟੀ ਵੀ ਹੁਣ ਪੜ੍ਹਦੀ ਆ। ਅੱਜ ਪਹਿਲੀ ਵਾਰੀ ਆਪਣੇ ਮਾਵਾਂ ਧੀਆਂ ਦੋਨੋਂ ਮਿਲਣ ਜਾ ਰਹੀਆਂ ਵਾ। ਅੱਜ ਨਵਨੀਤ ਆਪਣੀ ਤਾਨਵੀ ਨੂੰ ਮਿਲੇਗੀ। ਨਹੀਂ ਨਹੀਂ, ਉਹ ਮਾਸਕ ਲਾਇਆ ਹੋਇਆ। मास्क दोबारा ला दो। पता कितना प्यार करती है, बड़ा प्यार करती है मम्मा। मम्मा तेनों डीक डीक के रोई जाती रहिंदी सीगी। मम्मा तेनों याद कर करके रोज़ रोई जाते रहिंदे सीगे, मेरी धी कित्थे आ, पढ़दा पर इहनूं करदे काका के आना। मम्मा मां पुत्त बहुत प्यार करदे मम्मा तेनों। तू अज पहली बारी मिली है ना मम्मा नूं। तू तो निक्की जी सीगी जदों मम्मा इत्थे साडे कोले, मम्मा साडे कोले इत्थे सेवा कराउंदे आ। मम्मा साडे कोले इत्थे सेवा कराउण आ गए सीगे। ਜਿਹੜੇ ਹੋਰ ਲੋਕ ਨੇ ਨਾ ਬਹੁਤ, ਜਿਹੜੇ ਗਰੀਬ ਬਿਮਾਰ ਲੋਕ ਹੁੰਦੇ ਨੇ ਹਨਾ, ਉਹਨਾਂ ਦੀ ਮੰਮੀ ਕੇਅਰ ਕਰਦੀ ਸੀ ਇੱਥੇ, ਤਾਂ ਇੱਥੇ ਆ ਗਏ ਸੀ ਮੰਮਾ। ਕਿਉਂਕਿ ਮੰਮਾ ਨੇ ਇੱਥੇ ਆ ਕੇ ਨਾ ਹੋਰ ਬਹੁਤ ਸਾਰੇ ਲੋਕਾਂ ਦੀ ਹੈਲਪ ਕਰਨੀ ਸੀਗੀ। ਤੇ ਫਿਰ ਅਸੀਂ ਮੰਮਾ ਨੂੰ ਇੱਥੇ ਸੱਦ ਲਿਆ ਸੀਗਾ। ਅਸੀਂ ਕਿਹਾ ਮੰਮਾ ਨੂੰ, ਤੇਰੀ ਨੂੰ ਕਿਹਾ ਸੀ ਵੀ ਤੂੰ ਆ ਕੇ ਸਾਡੇ ਨਾਲ ਇੱਥੇ ਸੇਵਾ ਕਰਾ ਕੇ ਜਾ। ਜਿਹੜਾ ਤੇਰੇ ਲਈ ਇਹ ਮੰਮਾ ਨੇ ਇੰਨੀ ਹੈਲਪ ਕੀਤੀ ਇੱਥੇ ਲੋਕਾਂ ਦੀ ਬਹੁਤ। ਤੈਨੂੰ ਮੰਮਾ ਮਿਲਾਊਗੀ ਸਾਰਿਆਂ ਨੂੰ। ਮੰਮਾ ਇੱਥੇ ਸਾਰਿਆਂ ਨੂੰ ਰੋਟੀ ਬਣਾ ਕੇ ਖਵਾਉਂਦੀ ਹੈ, ਪ੍ਰਸ਼ਾਦਾ ਸਵੇਰੇ ਤਿਆਰ ਕਰਦੇ ਨੇ। ਜਿਵੇਂ ਗੁਰਦੁਆਰਾ ਸਾਹਿਬ 'ਚ ਲੰਗਰ ਬਣਾਉਂਦੇ ਹੁੰਦੇ ਆ ਨਾ, ਉਵੇਂ ਮੰਮਾ ਲੰਗਰ ਬਣਾਉਂਦੇ ਹੁੰਦੇ ਆ। ਨਾਲੇ ਜਿਹੜੇ ਆਂਟੀਆਂ ਬਿਮਾਰ ਨੇ, ਚੱਲ ਨਹੀਂ ਸਕਦੀਆਂ ਹੈ ਨਾ, ਉਹਨਾਂ ਨੂੰ ਮੰਮਾ ਨਾਲ ਨਵਾਉਂਦੇ ਆ, ਕੱਪੜੇ ਪਵਾਉਂਦੇ ਆ ਉਹਨਾਂ ਦੇ। ਬਹੁਤ ਸੇਵਾ ਕਰਦੀ ਮੰਮਾ ਹੈ ਨਾ। ਮੰਮਾ ਨੂੰ ਪਿਆਰ ਕਰਦੀ ਆ ਤੂੰ? ਇਹ ਜਿਹੜੇ ਮੂਵਮੈਂਟ ਨੇ, ਇਹ ਜਿਹੜੀਆਂ ਕੁਛ ਪਲ ਨੇ ਨਾ, ਇਹ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਉਸ ਸਥਾਨ 'ਤੇ ਲਿਆ ਕੇ ਸਾਨੂੰ ਖੜਾ ਕਰ ਦਿੰਦੇ ਨੇ, ਜਿੱਥੇ ਅਸੀਂ ਵੀ ਖੁਦ ਹੈਰਾਨ ਹੋ ਜਾਈਦਾ ਵੀ ਗੁਰੂ ਦੀ ਕਿੱਡੀ ਵੱਡੀ ਕਿਰਪਾ ਸੱਚੇ ਪਾਤਸ਼ਾਹ ਦੀ, ਵੀ ਤਾਨਵੀ ਤੇ ਤਾਨਵੀ ਦੀ ਮੰਮੀ ਕਿਹੜੇ ਹਾਲਾਤਾਂ 'ਚ ਅਲੱਗ ਹੋਏ, ਅੱਜ ਕਿਹੜੇ ਹਾਲਾਤਾਂ 'ਚ ਮਿਲ ਗਏ ਨੇ। ਉਹਦੇ ਮਦਰ ਤਾਨਵੀ ਦੇ ਨਾਨੀ ਜਿਹੜੇ ਕਿੰਨੀ ਮੁਸ਼ਕਲ ਦੇ ਨਾਲ ਆਪਣੀ ਦੋਤੀ ਨੂੰ ਪਾਲ ਰਹੇ ਸੀ, ਉਹਨੂੰ ਪੜ੍ਹਾ ਰਹੇ ਸੀ, ਉਹਨੂੰ ਮਾਂ ਦਾ, ਬਾਪ ਦਾ ਤੇ ਖੁਦ ਨਾਨੀ ਦਾ ਵੀ ਪਿਆਰ ਦੇ ਰਹੇ ਸੀ। ਤੇ ਤੀਸਰਾ ਸਾਡਾ ਧੰਨਵਾਦ ਇੱਥੇ ਅੱਜ ਇਹ ਆ ਵੀ ਸਾਡੀ ਛੋਟੀ ਭੈਣ ਦਾ, ਸਾਡੇ ਨਾਲ ਜੁੜੇ ਹੋਏ ਨੇ ਭੈਣ, ਮੋਹਾਲੀ ਏਰੀਏ ਤੋਂ ਆ। ਤੇ ਅਸੀਂ ਭੈਣ ਨੂੰ ਕਿਹਾ ਸੀ ਵੀ ਭੈਣੇ ਤਾਨਵੀ ਨੂੰ ਮਿਲਾਉਣਾ, ਕਿਉਂਕਿ ਤਾਨਵੀ ਦੇ ਜਿਹੜੇ ਨਾਨੀ ਆ ਉਹਨਾਂ ਕੋਲੇ ਕਨਵੈਂਸ ਨਹੀਂ ਹੈਗੀ ਸੀ, ਕੋਈ ਵੀ ਵਹੀਕਲ ਨਹੀਂ ਸੀਗੇ। ਤੇ ਖੁਦ ਵੀ ਇੱਦਾਂ ਸੀਗੇ ਵੀ ਇੱਥੇ ਆਉਣਾ ਇਹਨਾਂ ਲਈ ਬੱਚੀ ਨੂੰ ਲੈ ਕੇ ਬੜਾ ਮੁਸ਼ਕਲ ਸੀਗਾ। ਤੇ ਫਿਰ ਭੈਣ ਉਹਨਾਂ ਨੇ ਜ਼ਿੰਮੇਵਾਰੀ ਚੱਕੀ, ਕਹਿੰਦੀ ਵੀਰੇ ਅਸੀਂ ਲੈ ਕੇ ਆਵਾਂਗੇ ਨਾਲ। ਫਿਰ ਆਂਟੀ ਨੂੰ ਨਾਲ ਜਾ ਕੇ ਘਰੋਂ ਲਿਆ ਕੇ ਅੱਜ ਇੱਥੇ ਇੱਕ ਮਾਂ ਤੇ ਉਸ ਧੀ ਨੂੰ ਮਿਲਾਇਆ, ਜਿਹੜੀ ਸ਼ਾਇਦ ਐਂ ਲੱਗਦਾ ਜਿਵੇਂ ਪਹਿਲੀ ਵਾਰ ਮਿਲੇ ਹੋਣ। ਜਿਵੇਂ ਮਾਂ ਇੱਕ ਬੱਚੀ ਦਾ ਜਦੋਂ ਜਨਮ ਹੁੰਦਾ ਉਹਨੂੰ ਮਿਲਦੀ ਆ ਨਾ, ਉਸ ਤਰ੍ਹਾਂ ਮਿਲ ਰਹੀਆਂ ਅੱਜ ਇਹ ਮਾਵਾਂ ਧੀਆਂ। ਕਿਉਂਕਿ ਉਸ ਟਾਈਮ ਜਦੋਂ ਇਹ ਅਲੱਗ ਹੋਏ ਸੀ, ਉਦੋਂ ਨਵਨੀਤ ਭੈਣ ਨੂੰ ਵੀ ਇਹ ਸੁੱਧ ਬੁੱਧ ਨਹੀਂ ਸੀ।
ਤੇ ਇਹ ਬੱਚੀ ਨੂੰ ਵੀ ਕਿਉਂਕਿ ਬਾਹਲੀ ਛੋਟੀ ਸੀਗੀ ਬੱਚੀ ਤੇ ਇਹਨੂੰ ਵੀ ਸਮਝ ਨਹੀਂ ਸੀਗੀ ਤਾਂ हक करनी मम्मी को वेरी गुड क्लैपिंग ਉਹ ਲਿਆ ਕੇ ਦਿਓ ਕੋਈ ਚਾਕਲੇਟਾਂ ਖਾਣ ਨੂੰ ਬੱਚੇ ਨੂੰ ਭੈਣ ਲੈ ਕੇ ਆਈ ਜਿਹੜੀਆਂ ਤੇਰੀ ਮੰਮੀ ਪਤਾ ਕਿੰਨੀਆਂ ਚਾਕਲੇਟਾਂ ਲੈ ਕੇ ਆਈ ਤੇਰੇ ਵਾਸਤੇ ਉੱਥੇ ਰੱਖੀਆਂ ਬਾਹਰ ਬਾਲੀਆਂ ਕੈਂਡੀਆਂ ਲੈ ਕੇ ਆਈ ਮੰਮੀ ਤੇਰੀ ਤੇ ਚਲੋ ਅਸੀਂ ਇੰਨੀਆਂ ਕਿ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਇਹਨਾਂ ਜਜ਼ਬਾਤੀ ਪਲਾਂ ਨੂੰ ਤੁਸੀਂ ਵੀ ਜ਼ਰੂਰ ਆਪਣੇ ਦਿਲ 'ਚ ਕਿਤੇ ਕੈਦ ਕਰਿਓ ਕਿਉਂਕਿ ਕੰਮ ਇਹ ਜ਼ਿੰਦਗੀ ਦੇ ਵਿੱਚ ਜਿਹੜੀਆਂ ਕਈ ਵਾਰੀ ਸਾਡੀ 'ਚ ਕੋਈ ਕਮੀਆਂ ਕੋਈ ਤਰੁੱਟੀਆਂ ਰਹਿ ਜਾਂਦੀਆਂ ਜਾਂ ਖੁਦ ਅਸੀਂ ਕਈ ਵਾਰੀ ਸਮਝ ਹੀ ਨਹੀਂ ਪਾਉਂਦੇ ਵੀ ਹੋ ਕੀ ਰਿਹਾ ਸਾਡੇ ਨਾਲ ਇਹ ਨਾ ਤਾਂ ਇਸ ਟਾਈਮ ਤਾਨਵੀ ਦੇ ਵੱਸ ਦੇ ਵਿੱਚ ਸੀਗਾ ਆਪਣੀ ਮੰਮੀ ਤੋਂ ਦੂਰ ਹੋਣਾ ਜਾਂ ਅਲੱਗ ਨੇੜੇ ਰਹਿਣਾ ਤੇ ਨਾ ਹੀ ਨਵਨੀਤ ਭੈਣ ਦੇ ਵੱਸ ਦੇ ਵਿੱਚ ਸੀ ਵੀ ਉਹ ਆਪਣੀ ਧੀ ਤੋਂ ਅਲੱਗ ਰਹੇ ਪਰ ਕੁਝ ਹਾਲਾਤ ਹੀ ਇਦਾਂ ਦੇ ਬਣ ਗਏ ਵੀ ਉਹਨਾਂ ਹਾਲਾਤਾਂ ਨੇ ਇਹਨਾਂ ਨੂੰ ਮਾਵਾਂ ਧੀਆਂ ਨੂੰ ਇੱਕ ਦੂਸਰੇ ਤੋਂ ਦੂਰ ਕਰ ਦਿੱਤਾ ਤੇ ਬਸ ਆਉਣ ਵਾਲਾ ਸਮਾਂ ਇਹਨਾਂ ਦਾ ਖੁਸ਼ੀਆਂ ਭਰਿਆ ਹੋਵੇ ਦੋਨੋਂ ਮਾਵਾਂ ਧੀਆਂ ਇੱਕ ਚੰਗੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਨਵਨੀਤ ਭੈਣ ਵੀ ਬਹੁਤ ਪੜ੍ਹੀ ਲਿਖੀ ਆ ਬਾਹਰ ਜਾ ਕੇ ਆਈ ਆ ਸਪੇਨ 'ਚ ਰਹਿ ਕੇ ਆਈ ਆ ਚੰਗੀ ਜੌਬ ਸੀ ਇਹਦੀ ਬਹੁਤ ਵਧੀਆ ਹੈ ਨਾ ਤੇ ਪਰ ਬੱਚੀ ਵੀ ਬਹੁਤ ਚੰਗੇ ਸਕੂਲ 'ਚ ਪੜ੍ਹਦੀ ਹੈ ਚੰਡੀਗੜ੍ਹ ਸ਼ਹਿਰ ਦੇ ਵਿੱਚ ਤੇ ਅਸੀਂ ਜ਼ਿਆਦਾ ਉਹਨੂੰ ਨਹੀਂ ਕੈਮਰੇ ਦੇ ਅੱਗੇ ਲੈ ਕੇ ਆਉਣਾ ਚਾਹੁੰਦੇ ਤੇ ਬੱਚੀ ਦੀ ਨਾਨਾ ਜੀ ਵੀ ਬਹੁਤ ਚੰਗੇ ਆਫੀਸਰ ਸੀਗੇ ਫੌਜ ਦੇ ਵਿੱਚ ਤੇ ਉਹਨਾਂ ਦੇ ਮਦਰ ਆ ਜਿਹੜੇ ਆਂਟੀ ਜੀ ਉਹ ਵੀ ਉੱਥੇ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਸੀ ਜਿਹੜਾ ਨਵਨੀਤ ਦਾ ਬ੍ਰਦਰ ਸੀਗਾ ਉਹ ਵੀ ਉੱਥੇ ਹੈਲਥ ਡਿਪਾਰਟਮੈਂਟ 'ਚ ਜੌਬ ਕਰਦਾ ਸੀਗਾ ਰੀਅਲ ਬ੍ਰਦਰ ਉਹਦੀ ਐਕਸੀਡੈਂਟ 'ਚ ਡੈਥ ਹੋ ਗਈ ਉਸ ਤੋਂ ਬਾਅਦ ਫਾਦਰ ਦੀ ਡੈਥ ਹੋ ਗਈ ਇਹ ਦੋ ਚੀਜ਼ਾਂ ਨਵਨੀਤ ਭੈਣ ਦੇ ਉੱਤੇ ਬਹੁਤ ਹਾਵੀ ਹੋ ਗਈਆਂ ਤੇ ਥੋੜਾ ਡਿਪਰੈਸ਼ਨ ਚਲੇ ਗਏ ਉਸ ਤੋਂ ਬਾਅਦ ਨਵਨੀਤ ਭੈਣ ਨੇ ਜਿੱਥੇ ਜੌਬ ਕਰਦੇ ਸੀ ਕੁਛ ਇੱਦਾਂ ਦੇ ਫੈਸਲੇ ਲਏ ਤੇ ਇਹਨਾਂ ਨੇ ਆਪ ਤੋਂ ਬਿਲਕੁਲ ਛੋਟੀ ਏਜ ਦੇ ਲੜਕੇ ਨਾਲ ਮੈਰਿਜ ਕਰਾ ਲਈ ਉਹ ਲੜਕਾ ਨਸ਼ਾ ਕਰਦਾ ਸੀ ਚਿੱਟਾ ਲਾਉਂਦਾ ਸੀ ਬਹੁਤ ਜ਼ਿਆਦਾ ਉਹਨੇ ਨਵਨੀਤ ਭੈਣ ਦੀ ਕੋਠੀ ਸੀ ਪੈਸਾ ਸੀ ਸਾਰਾ ਕੁਝ ਸੀਗਾ ਤਾਂ ਉਹਨੇ ਬਸ ਉਹਦੀ ਤਾਂ ਨਿਗਾਹ ਸੀਗੀ ਨਸ਼ਾ ਕਰਨਾ ਸੀ ਉਹਨੇ ਤੇ ਉਹਨੇ ਨਸ਼ੇ ਦੇ ਚੱਕਰ 'ਚ ਗੱਡੀ ਕਾਰਾਂ ਸਭ ਕੁਝ ਵੇਚਤਾ ਇਹਨਾਂ ਦੇ ਘਰ ਦਾ ਇਹਨਾਂ ਨੂੰ ਕੋਲੇ ਪੈਸਾ ਸੀ 20-25 ਲੱਖ ਰੁਪਈਆ ਉਹ ਲੈ ਕੇ ਉਹ ਸਪੇਨ ਚਲਿਆ ਗਿਆ ਭੈਣ ਵੀ ਸਪੇਨ ਚਲੇ ਗਈ ਉੱਥੇ ਰਹੇ ਉੱਥੇ ਭੈਣ ਨੂੰ ਵੀ ਨਸ਼ੇ ਦੇ ਵਿੱਚ ਲਾਤਾ ਉਹਨੇ ਨਾਲ ਤੇ ਨਸ਼ੇ ਤੇ ਲਾਇਆ ਤਾਂ ਫਿਰ ਉਸ ਤੋਂ ਬਾਅਦ ਇੰਡੀਆ ਆਏ ਆ ਕੇ ਪੈਸੇ ਖਤਮ ਹੋ ਗਏ ਉਹ ਕੁੱਟਮਾਰ ਕਰਨ ਲੱਗ ਗਿਆ ਘਰ ਦੀਆਂ ਚੀਜ਼ਾਂ ਵੇਚਣ ਲੱਗ ਗਿਆ ਚੱਕ ਕੇ ਮਾਂ ਨੂੰ ਵੀ ਆਪਣੀ ਸੱਸ ਨੂੰ ਯਾਨੀ ਕਿ ਨਵਨੀਤ ਦੀ ਮੰਮੀ ਨੂੰ ਵੀ ਮਾਰਦਾ ਕੁੱਟਦਾ ਜਦੋਂ ਨਿੱਕੀ ਜਿਹੀ ਬੱਚੀ ਨੇ ਜਨਮ ਲੈ ਲਿਆ ਨਵਨੀਤ ਭੈਣ ਕੋਲੇ ਤਾਨਵੀ ਨੇ ਤਾਂ ਫਿਰ ਜਦੋਂ ਸਾਰਾ ਕੁਝ ਖਾਲੀ ਹੋ ਗਿਆ ਘਰ 'ਚ ਕੁਛ ਨਾ ਰਿਹਾ ਉਹ ਛੱਡ ਕੇ ਚਲਾ ਗਿਆ ਤਾਂ ਫਿਰ ਨਵਨੀਤ ਭੈਣ ਮੈਂਟਲੀ ਅਪਸੈਟ ਹੋ ਗਈ ਬਹੁਤ ਜ਼ਿਆਦਾ ਪਹਿਲਾਂ ਹੀ ਸੀਗੀ ਥੋੜ੍ਹੀ ਤੇ ਉਦੋਂ ਨਸ਼ੇ ਦੇ ਕਰਕੇ ਜਾਂ ਉਹਨੇ ਛੱਡਣ ਦੇ ਕਰਕੇ ਹੋਰ ਜ਼ਿਆਦਾ ਡਿਪਰੈਸਡ ਹੋ ਗਏ ਤੇ ਉਸ ਤੋਂ ਬਾਅਦ ਫਿਰ 4-5 ਸਾਲ ਨਵਨੀਤ ਭੈਣ ਇੰਨੀ ਜ਼ਿਆਦਾ ਮੈਂਟਲੀ ਅਪਸੈਟ ਹੋ ਗਈ ਕੁੱਟਮਾਰ ਕਰਨੀ ਭੰਨ ਤੋੜ ਕਰਨੀ ਮਾਂ ਨੂੰ ਕੁੱਟਣਾ ਛੋਟੀ ਜਿਹੀ ਬੱਚੀ ਨੂੰ ਵੀ ਮਾਰਨਾ ਉਦੋਂ 2.5-3 ਸਾਲ ਦੀ 3.5 ਸਾਲ ਦੀ ਸੀ ਨਵਨੀਤ ਤੇ ਫਿਰ ਜਦੋਂ ਨਵਨੀਤ ਤੇ ਜ਼ਿਆਦਾ ਵਾਰ ਹੱਥ ਚੱਕਿਆ ਉਹਨੂੰ ਜ਼ਿਆਦਾ ਸੱਟ ਵੱਜੀ ਤਾਂ ਫਿਰ ਮੰਮੀ ਨੇ ਪੁਲਿਸ ਕਾਲ ਕੀਤੀ ਪੁਲਿਸ ਤੋਂ ਬਾਅਦ ਪੁਲਿਸ ਕੇਸ ਹੋਇਆ ਫਿਰ ਕੋਰਟ ਦੇ ਵਿੱਚ ਚਲਾ ਗਿਆ ਕੋਰਟ ਦੇ ਵਿੱਚ ਫਿਰ ਜੱਜ ਨੇ ਆਰਡਰ ਕਰਤਾ ਵੀ ਨਵਨੀਤ ਨੂੰ ਆਪਣੀ ਇਹਦੀ ਬੇਟੀ ਤੋਂ ਅਲੱਗ ਰੱਖਿਆ ਜਾਵੇ ਤਾਂ ਫਿਰ ਨਵਨੀਤ ਦੇ ਮੰਮੀ ਇਹਨਾਂ ਦੇ ਡੈਡੀ ਚੰਗੇ ਅਫਸਰ ਸੀ ਆਪ ਮਾਤਾ ਜੀ ਚੰਗੇ ਅਫਸਰ ਸੀ ਇਹਨਾਂ ਦਾ ਬੇਟਾ ਇਹਨਾਂ ਦੀ ਚੰਡੀਗੜ੍ਹ ਇੱਕ ਹੋਰ ਮੋਹਾਲੀ 'ਚ ਪ੍ਰਾਪਰਟੀ ਸੀਗੀ ਫਿਰ ਇਹ ਉੱਥੇ ਸ਼ਿਫਟ ਹੋ ਗਏ ਫਿਰ ਇਹਨਾਂ ਨੇ ਆਪਣੀ ਦੋਹਤੀ ਨੂੰ ਲੈ ਕੇ ਉੱਥੇ ਰਹਿਣਾ ਸ਼ੁਰੂ ਕਰਤਾ ਜਿਹੜਾ ਕਿ ਨਵਨੀਤ ਨੂੰ ਨਹੀਂ ਦੱਸਿਆ ਗਿਆ ਵੀ ਕਿੱਥੇ ਰਹਿੰਦੀ ਹੈ ਚੋਰੀ ਲੁੱਕ ਕੇ ਉੱਥੇ ਰਹਿੰਦੇ ਸੀ ਦੋਨੋਂ ਨਾਨੀ ਤੇ ਦੋਹਤੀ ਤੇ ਨਵਨੀਤ ਭੈਣ ਫਿਰ ਇਕੱਲੀ ਰਹਿ ਗਈ ਇੱਥੇ ਇਹ ਫਿਰ ਗਲੀਆਂ ਦੇ ਵਿੱਚ ਘੁੰਮਣਾ ਲੋਕਾਂ ਦੇ ਡਸਟਬਿਨਾਂ ਦੇ ਵਿੱਚੋਂ ਕੱਢ ਕੇ ਸਮਾਨ ਖਾਣਾ ਇੰਨੀ ਜ਼ਿਆਦਾ ਮੈਂਟਲੀ ਅਪਸੈਟ ਹੋ ਗਈ ਸੀ ਨਵਨੀਤ ਭੈਣ ਫਿਰ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨਦੇ ਨੇ ਲੋਕ ਇਹਨੂੰ ਮਾਰਦੇ ਸੀ ਕੁੱਟਦੇ ਸੀ ਫਿਰ ਇਹਦੇ ਸਾਹਮਣੇ ਘਰ 'ਚ ਇੱਕ ਭੈਣ ਸੀ ਜਿਹੜੀ ਉਹ ਆਪਦੇ ਪੇਕੀ ਆਈ ਹੋਈ ਸੀ ਉਹਨੇ ਵੀਡੀਓ ਬਣਾ ਕੇ ਸਾਨੂੰ ਭੇਜੀ ਵੀ ਵੀਰੇ ਮੇਰੀ ਸਹੇਲੀ ਵੀ ਸੀ ਅਸੀਂ ਇਕੱਠੀਆਂ ਪੜ੍ਹਦੀਆਂ ਵੀ ਰਹੀਆਂ ਵੀ ਹੁਣ ਉਹਨੂੰ ਅੱਜ ਵੀ ਕੁੱਟਿਆ ਕਿਸੇ ਨੇ ਬਹੁਤ ਜ਼ਿਆਦਾ ਕਿਸੇ ਦੀ ਗੱਡੀ 'ਤੇ ਹੱਥ ਲਾਤਾ ਤਾਂ ਫਿਰ ਬਸ ਰਹਿਣ ਤੋਂ ਉੱਧਰ ਨੂੰ ਨਾ ਘੁਮਾਓ ਕੈਮਰਾ ਉਹਦਾ ਮਾਸਕ ਲਾਇਆ ਹੋਇਆ ਬੱਚੀ ਦਾ ਤੇ ਫਿਰ ਜਦੋਂ ਵੀਡੀਓ ਭੇਜੀ ਉਹਦਾ ਮੂੰਹ ਸੁੱਜਿਆ ਹੋਇਆ ਸੀ ਆਂਟੀ ਇੱਕ ਮਿੰਟ ਰੁਕੋ ਤੁਸੀਂ ਲੈ ਚੱਲੋ ਨਾ ਤੁਸੀਂ ਆ ਜਾਓ ਠੀਕ ਹੋ ਤੁਹਾਨੂੰ ਲੱਗਦਾ ਵੀ ਠੀਕ ਆ ਨਵਨੀਤ ਪਹਿਲਾਂ ਨਾਲੋਂ ਦੇਖੋ ਕਿੰਨਾ ਉਹਨੂੰ ਪਿਆਰ ਕੀਤਾ ਹੈ ਨਾ ਸਹੀ ਲੈਂਗੁਏਜ 'ਚ ਗੱਲ ਕਰ ਰਹੀ ਹੈ ਬਿਹੇਵ ਉਹਦਾ ਬਿਲਕੁਲ ਠੀਕ ਆ ਜਮਾਂ ਕਦੇ ਅਗਰੈਸਿਵ ਨਹੀਂ ਹੋਈ ਬਸ ਹੁਣ ਤੁਹਾਡੇ ਸਾਥ ਦੀ ਲੋੜ ਆਂਟੀ ਸਾਨੂੰ ਦੇਖੋ ਤੁਸੀਂ ਥੋੜਾ ਜਿਹਾ ਸਾਥ ਦਿਓਗੇ ਨਾ
ਮੇਰਾ ਕੋਈ ਹੈ ਨਹੀਂ। ਹਾਂਜੀ ਆ ਦੋਨੋਂ ਜਣੀਆਂ ਹੈਗੀਆਂ, ਹੋਰ ਤਾਂ ਮੇਰਾ ਕੋਈ ਹੈ ਨਹੀਂ। ਮੈਂ ਕਿੱਥੇ ਜਾਵਾਂ, ਮੈਨੂੰ ਦੱਸੋ। ਮੈਂ ਨਹੀਂ ਤਾਂ ਬਿਮਾਰ ਰਹਿੰਦੀ ਹਾਂ, ਮੇਰੀ ਸਿਹਤ ਨਹੀਂ ਠੀਕ ਰਹਿੰਦੀ। ਅਸੀਂ ਤੁਹਾਡਾ ਪੂਰਾ ਸਾਥ ਦਿਆਂਗੇ ਆਂਟੀ, ਪਰ ਮੇਰੀ ਇੱਕ ਬੇਨਤੀ ਹੋਈ ਆ, ਜਦੋਂ ਵੀ ਤੁਹਾਡਾ ਮਨ ਵੀ ਹੁੰਦਾ ਇੱਕ ਨਾ ਵੀ ਮੈਂ ਆਪਣੀ ਬੇਟੀ ਕੋਲੇ ਜਾਣਾ, ਤੁਸੀਂ ਮਹੀਨੇ 'ਚ ਇੱਕ ਚੱਕਰ ਲਗਾ ਜਾ ਕਰੋ, ਠੀਕ ਆ। ਆਪਾਂ ਗੱਡੀ ਭੇਜ ਦਿਆ ਕਰਾਂਗੇ, ਤੁਹਾਨੂੰ ਗੱਡੀ 'ਚ ਹੀ ਲੈ ਜਾ ਕਰਾਂਗੇ, ਗੱਡੀ 'ਚ ਹੀ ਛੱਡ ਜਾ ਕਰਾਂਗੇ। ਪਰ ਸਾਡੀ ਇੱਕ ਬੇਨਤੀ ਆ, ਹੁਣ ਇੱਕ ਵਾਰੀ ਮਾਵਾਂ ਧੀਆਂ ਨੂੰ ਨੇੜੇ ਕਰੀਏ, ਆਪਾਂ ਨੂੰ ਪਤਾ ਲੱਗੇ ਵੀ ਕੀ ਨਵਨੀਤ ਠੀਕ ਆ। ਹੁਣ ਜੇ ਆਪਾਂ ਨੂੰ ਉਹਦੇ 'ਚ ਕਮੀ ਲੱਗੂਗੀ, ਆਪਾਂ ਫਿਰ ਬ੍ਰੇਕ ਪਾ ਲਾਂਗੇ। ਮੇਰੇ ਤੋਂ ਡਰਦੀ ਨਹੀਂ, ਮੇਰੇ ਤੋਂ ਦਵਾਈ ਨਹੀਂ ਖਾਂਦੀ। ਆਪਾਂ ਡਰਾਉਣਾ ਨਹੀਂ, ਦਵਾਈ ਬੰਦ ਹੋਈ ਤੋਂ ਭੇਜਾਂਗੇ। ਹਾਂ ਠੀਕ। ਤੁਸੀਂ ਫਿਰ ਦੇਖੋ, ਤੁਸੀਂ ਆਪਦੇ ਡਰ ਸ਼ੋਅ ਕਰੀ ਜਾਂਦੇ ਹੋ, ਠੀਕ ਹੈ, ਠੀਕ। ਤੁਸੀਂ ਸਾਡੀ ਮਨਸ਼ਾ ਵੀ ਸਮਝੋ। ਪਰ ਅਸੀਂ ਇਹ ਨਹੀਂ ਕਹਿੰਦੇ ਵੀ ਕੱਲ ਨੂੰ ਹੀ ਲੈ ਜਾਓ ਇਹਨੂੰ, ਪਰ ਜੇ ਤੁਸੀਂ ਸਾਥ ਦਿਓਗੇ, ਚਾਹੇ ਸਾਲ ਰਹੀ ਜਾਵੇ ਸਾਡੇ ਕੋਲੇ, ਪਰ ਜੇ ਤੁਸੀਂ ਆਓਗੇ ਨਹੀਂ, ਫਿਰ ਉਹ ਵੀ ਕਾਹਲੀ ਕਰਦੀ ਆ ਵੀ ਮੈਂ ਜਾਣਾ, ਫਿਰ ਅਸੀਂ ਧੱਕੇ ਨਾਲ ਤਾਂ ਰੱਖ ਨਹੀਂ ਨਾ ਸਕਦੇ ਉਹਨੂੰ। ਅੱਜ ਬੇਟੀ ਨੂੰ ਮਿਲ ਕੇ ਜੋ ਉਹਦੀ ਰੂਹ ਨੂੰ ਸਕੂਨ ਮਿਲਣਾ, ਉਹ ਮਾਂ ਕਿਤੇ ਵੀ ਨਹੀਂ ਮਿਲ ਸਕਦਾ ਹੋਰ। ਹੁਣ ਜੇ ਅਸੀਂ ਉਹਨੂੰ ਨਹੀਂ ਮੰਨ ਲਓ ਮਿਲਾਉਂਦੇ ਸੀ, ਤੁਸੀਂ ਨਹੀਂ ਆਉਂਦੇ ਸੀਗੇ, ਉਹਨੇ ਫਿਰ ਡਿਪਰੈਸ਼ਨ ਚਲੀ ਜਾਣਾ ਸੀ, ਉਹਨੇ ਫਿਰ ਉਵੇਂ ਹੋ ਜਾਣਾ ਸੀਗਾ। ਕਿਉਂਕਿ ਮਾਂ ਦਾ ਤੇ ਧੀ ਦਾ ਮਿਲਣਾ ਬਹੁਤ, ਮੈਂ ਤੁਹਾਨੂੰ ਤਾਂ ਹੀ ਬੇਨਤੀ ਕਰਦਾ ਸੀ ਵੀ ਤੁਸੀਂ ਆ ਜਾਓ, ਕੋਈ ਨਾ, ਘਬਰਾਓ ਨਾ, ਵੀ ਡਰੋ ਨਾ, ਅਸੀਂ ਭੇਜਦੇ ਨਹੀਂ। ਪਰ ਜੇ ਤੁਸੀਂ ਨਹੀਂ ਆਉਂਦੇ, ਹੁਣ ਮੰਨ ਲਓ ਇੱਥੋਂ ਰਾਤ ਨੂੰ ਭੱਜ ਜਾਵੇ ਸਾਡੇ ਕੋਲੋਂ, ਅਸੀਂ ਕੀ ਕਰਾਂਗੇ? ਮਜਬੂਰ ਹਾਂ ਮੈਂ ਇਕੱਲੀ ਜਣੀ ਉਹਦਾ। ਅਸੀਂ ਤੁਹਾਡੇ ਨਾਲ, ਅਸੀਂ ਤੈਨੂੰ ਜਿੱਦਣ ਲੈ ਕੇ ਆਏ ਸੀ, ਅਸੀਂ ਕੀ ਕਿਹਾ ਸੀ ਵੀ ਤੁਹਾਡੇ ਪੁੱਤ ਆ, ਵੀ ਸਾਡੀ ਭੈਣ ਬਣਾ ਕੇ ਲੈ ਕੇ ਚੱਲੇ, ਤੁਹਾਨੂੰ ਕਿਹਾ ਸੀ। ਉਹ ਕਿਹਾ ਨਹੀਂ ਸੀ ਇਕੱਲਾ, ਨਿਭਾਵਾਂਗੇ ਅਸੀਂ। ਚੁੱਕ ਕੇ ਲੈ ਜਾਵੇ ਇਹਦਾ ਪਿਓ, ਮੈਂ ਫਿਰ ਮੈਂ ਤੇ ਨਹੀਂ ਕੁਝ ਕਰ ਸਕਦੀ। ਉਹ ਕਿੱਥੇ ਹੁਣ ਪਿਓ? ਉੱਥੇ ਕਰਨਾ ਹੀ ਹੈ, ਉੱਥੇ ਨਹੀਂ ਆਇਆ, ਕਦੇ ਤੁਹਾਡੇ ਨਾਲ ਅਪਰੋਚ ਕੀਤੀ ਉਹਨੇ? ਫਿਰ ਉਹਨੇ ਕਿੱਥੋਂ ਆਉਣਾ? ਕਰਨ ਦਾ ਉਧਰ ਕੋਠੀ ਵੱਲ ਮੇਰੀ। ਕੋਈ ਗੱਲ ਹੀ ਨਹੀਂ ਜੀ, ਜੇ ਕਿਤੇ ਆਊਗਾ ਅਸੀਂ ਬੈਠੇ ਆ, ਫਿਰ ਅਸੀਂ ਉਹਦਾ ਵੀ ਇੰਤਜ਼ਾਮ ਕਰਨਾ, ਸਾਨੂੰ ਜਾਣਦੇ ਆ ਅਸੀਂ। ਕੋਈ ਝਾਕੂਗੀ ਨਹੀਂ ਉਹਦੇ ਵੱਲ, ਇਹਦਾ ਫਿਕਰ ਨਾ ਕਰੋ ਤੁਸੀਂ, ਉਹ ਸਾਡੀ ਜ਼ਿੰਮੇਵਾਰੀ ਆ, ਠੀਕ ਆ ਨਾ। ਅਸੀਂ ਪਤਾ ਕਰਦੇ, ਸਾਨੂੰ ਪੂਰਾ ਐਡਰੈਸ ਲਿਖਾ ਕੇ ਜਾਇਓ ਅੱਜ, ਅਸੀਂ ਪਤਾ ਕਰਾਂਗੇ ਉਹਦਾ ਵੀ ਉਹ ਕਿੱਥੇ ਆ, ਕੀ ਆ। ਕੋਈ ਗੱਲ ਨਹੀਂ, ਅਸੀਂ ਉਹਨੂੰ ਵੀ ਸਮਝ ਲਾਂਗੇ, ਉਹਨੂੰ ਵੀ ਸਮਝਾ ਲਾਂਗੇ, ਗੱਲ ਕਰ ਲਾਂਗੇ ਉਹਦੇ ਨਾਲ ਵੀ। ਘਬਰਾਓ ਨਾ, ਪਰ ਠੀਕ ਹੋਣ ਦੇ ਵਿੱਚ ਤੁਸੀਂ ਸਾਥ ਦਿਓ ਸਾਡਾ, ਘਬਰਾਓ ਨਾ, ਡਰੋ ਨਾ। ਦੇਖੋ ਤੁਸੀਂ ਇਹ ਸੋਚੋ, ਅੱਜ ਤੋਂ 10 ਸਾਲ ਪਿੱਛੇ ਜਾਓ, ਤੁਹਾਡੇ ਘਰ 'ਚ ਕੀ ਨਹੀਂ ਸੀ? ਤੁਹਾਡਾ ਬੇਟਾ ਚੰਗੀ ਜੌਬ ਤੇ, ਤੁਹਾਡੇ ਹਸਬੈਂਡ ਚੰਗੀ ਜੌਬ ਤੋਂ ਰਿਟਾਇਰਡ, ਤੁਸੀਂ ਖੁਦ ਚੰਗੀ ਜੌਬ ਤੇ, ਨਵਨੀਤ ਖੁਦ ਚੰਗੀ ਜੌਬ ਤੇ, ਪੜ੍ਹੀ ਲਿਖੀ, ਚੰਗੀ ਥਾਂ ਤੇ ਤੁਹਾਡੀ ਕੋਠੀ, ਸ਼ਹਿਰ 'ਚ ਤੁਹਾਡੀ ਪ੍ਰਾਪਰਟੀ ਵਧੀਆ, ਹਰ ਚੀਜ਼ ਸੀ ਘਰ 'ਚ ਜੋ ਹੁੰਦੀ ਆ, ਸੀ ਨਾ। ਪਰ 10 ਸਾਲਾਂ 'ਚ ਕਿੰਨਾ ਕੁਝ ਬਦਲ ਗਿਆ ਆਂਟੀ। ਪੁੱਤ ਚਲਿਆ ਗਿਆ, ਸਿਰ ਦਾ ਸਾਈਂ ਚਲਿਆ ਗਿਆ, ਧੀ ਮੈਂਟਲੀ ਅਪਸੈਟ ਹੋ ਗਈ, ਜਵਾਈ ਗਲਤ ਨਿਕਲ ਗਿਆ, ਬੱਚੀ ਤੁਹਾਡੀ ਦੋਹਤੀ ਦੀ ਜ਼ਿੰਮੇਵਾਰੀ ਇਕੱਲੀ ਤੁਹਾਡੇ ਮੋਢਿਆਂ ਤੇ ਆ ਗਈ। ਪਰ ਇਹ ਕਿਉਂ? ਇਹ ਉਹਦਾ ਭਾਣਾ ਸੀ। ਪਰ ਹੁਣ ਉਹ ਜੇ ਉਹ ਠੀਕ ਕਰਨਾ ਚਾਹੁੰਦਾ, ਭਗਵਾਨ ਹੀ ਕਰਦਾ, ਅਸੀਂ ਨਹੀਂ ਕਰਦੇ, ਉਹਨੇ ਤੁਹਾਡੀ ਬਾਂਹ ਫੜੀ ਆ। ਇਹ ਕੂੜਾ ਖਾਂਦੀ, ਤੁਸੀਂ ਦੇਖਿਆ ਹੀ ਹੈ, ਕੂੜਾ ਖਾਂਦੀ ਸੀ ਲੋਕਾਂ ਦੇ ਡਰਮਾਂ 'ਚੋਂ ਕੱਢ ਕੱਢ, ਤੁਸੀਂ ਦੇਖਿਆ ਹੀ ਹੈ ਕਿਵੇਂ ਲੋਕ ਕੁੱਟਦੇ ਸੀ। 3-4 ਟਰੱਕ ਮੈਂ ਛੁਟਵਾਏ ਉੱਥੋਂ ਕੋਠੀ 'ਚ। ਹੁਣ ਕੱਲੀ ਜਣੀ ਮੈਂ ਵੀ ਕਰਨਾ, ਮੇਰੀ ਸਿਹਤ ਨਹੀਂ ਠੀਕ ਰਹਿੰਦੀ। 3-4 ਟਰੱਕ ਕੂੜੇ ਦੇ ਨਿਕਲੇ ਉੱਥੋਂ? ਨਿਕਲੇ, ਛੁਟਵਾਈ। ਇੱਕ ਟਰੱਕ ਤੇ ਖਾਲੀ ਹੈ ਤਾਂ ਸਵਾਦ ਆ, ਉੱਪਰ ਸਾੜਿਆ ਜੋ ਛੱਤ ਤੇ। ਹਾਂ, ਇੱਕ ਟਰੱਕ ਸਵਾਹ ਦਾ ਸੀ, ਹਾਂ ਸਵਾਦ। ਜੋ ਘਰ ਦਾ ਸਮਾਨ ਸੀ ਸਾਰਾ ਕੋਠੇ 'ਚ ਰੱਖ ਕੇ ਸਾੜੀ ਜਾਂਦੇ ਸੀ। ਮੈਂ 1500 ਚ ਵੇਚਿਆ, ਝੂਠ ਨਹੀਂ ਮੈਨੂੰ, ਤੇ ਬਾਕੀ ਸਾਰਾ ਪੂਰਾ ਸੁੱਟਿਆ। ਬਾਕੀ ਹੁਣ ਭਾਈ ਉੱਥੇ ਠੀਕ ਕਰਨ ਵਾਸਤੇ ਲੱਗਿਆ ਹੋਇਆ, ਤੇ ਸਮਾਨ ਜਿਹੜਾ ਕਹਿੰਦਾ ਇੱਕ ਕਮਰੇ ਰੱਖ ਕੇ ਤੁਹਾਡਾ ਠੀਕ ਕਰਵਾ ਦਾਂ। ਜੇ ਕਿਰਾਏ ਤੇ ਦੇਣਾ ਦੱਸੋ, ਵੇਚਣੀ ਤੇ ਦੱਸੋ। ਮੈਂ ਕਿਹਾ ਮੈਂ ਨਹੀਂ ਇੱਥੇ ਰਹਿਣਾ ਹੈਗਾ, ਇਕੱਲੀ ਮੈਨੂੰ ਮਾਰ ਨੂੰ ਜਾਏਗਾ, ਮੈਂ ਬੱਚੇ ਨੂੰ ਲੈ ਜਾਏ, ਮੈਂ ਇੱਥੇ ਨਹੀਂ ਰਹਿਣਾ। ਵੇਚ ਕੇ ਕੁੜੀ ਨੂੰ ਛੋਟਾ ਜਿਹਾ ਮਕਾਨ, ਸਾਰਾ ਕੁਝ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ, ਮੈਨੂੰ ਕਿਸੇ ਚੀਜ਼ ਕਮੀ ਨਹੀਂ ਹੈ। ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹੈ। ਕੋਈ ਨਾ, ਵਾਹਿਗੁਰੂ ਮਿਹਰ ਕਰਨਗੇ ਸੱਚੇ ਪਾਤਸ਼ਾਹ। ਮੈਂ ਹੁਣ ਮੈਂ ਕਿਹਾ ਸੀ ਦੇਖ ਲਓ, ਸਾਫ਼ ਕਰਾ ਰਿਹਾ ਭਾਈ ਕੋਈ ਗੱਲ ਨਹੀਂ ਮਾਂ, ਦੇਖੋ ਤੁਹਾਡੇ ਨਾਲ ਤਾਂ ਵਾਹਿਗੁਰੂ ਦੀ ਮਿਹਰ ਨਾਲ ਤੁਹਾਡੇ ਨਾਲ ਪਰਿਵਾਰ ਖੜਾ, ਤੁਹਾਡਾ ਨਾਂ, ਤੇਰਾ ਨੇਕਾ ਪਰਿਵਾਰ ਤੇਰਾ ਸਾਥ ਦੇ ਰਿਹਾ, ਵੀ ਵੱਡੀ ਗੱਲ ਆ। ਜਿਹੜਾ ਤੇਰਾ ਭਤੀਜਾ ਭਤੀਜ ਨੂੰ ਤੁਹਾਡਾ ਸਾਥ ਦੇ ਰਿਹਾ ਨਾ, ਉਹ ਪ੍ਰੋਫੈਸਰ ਮੈਡਮ, ਉਹ ਵੀ ਚੰਗੀ ਗੱਲ ਆ। ਚਲੋ ਉਹਨਾਂ ਨੇ ਤੁਹਾਡੇ ਨਾਲ ਖੜ ਕੇ ਸਾਥ ਤਾਂ ਦਿੱਤਾ। ਆਪਣੀ ਕੁੜੀ ਬਿਮਾਰ ਇਸ ਕਰਕੇ ਉਹ ਵੀ ਮਜਬੂਰ ਆ, ਚਲੋ ਅਸੀਂ ਵੀ ਸਮਝਦੇ ਹਾਂ, ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰਦੇਗੇ, ਤਾਂ ਹੀ ਤਾਂ ਅਸੀਂ ਉਹਨਾਂ ਨੂੰ ਕਾਲ ਨਹੀਂ ਕਰਦੇ, ਤੁਹਾਨੂੰ ਹੀ ਕਰਦੇ ਹਾਂ। ਦੇਖੋ ਇੱਕ ਹੋਰ ਬੇਨਤੀ ਆ ਵੀ ਜਿਹੜੇ ਵੀ ਭੈਣ ਭਰਾ ਨੂੰ ਅਸੀਂ ਕਿਸੇ ਨੂੰ ਵੀ ਪਰਿਵਾਰ 'ਚੋਂ ਲੈ ਕੇ ਆਉਂਦੇ, ਚਾਹੇ ਕਿਸੇ ਦੀ ਪ੍ਰਾਪਰਟੀ ਆ, ਚਾਹੇ ਕੋਠੀ ਆ, ਚਾਹੇ ਕਾਰ ਆ, ਅਸੀਂ ਲਿਖ ਕੇ ਦੇ ਕੇ ਆਉਂਦੇ ਹਾਂ ਆਪਣੀ ਲੈਟਰ ਪੈਡ 'ਤੇ ਵੀ ਅਸੀਂ ਪ੍ਰਾਪਰਟੀ ਕਲੇਮ ਨਹੀਂ ਕਰਦੇ। ਜਿੱਦਣ ਅਸੀਂ ਲੈਣ ਗਏ ਸੀ, ਆਂਟੀ ਨੂੰ ਵੀ ਅਸੀਂ ਇਹ ਸਾਰੀ ਜਿਹੜੀ ਸੀਗੀ ਡਿਟੇਲ ਦੇ ਕੇ ਆਏ ਸੀ ਉੱਥੇ ਵੀ, ਆਂਟੀ ਸਿਰਫ ਅਸੀਂ ਭੈਣ ਨੂੰ ਲੈ ਕੇ ਜਾਣਾ, ਉਹਦੀ ਸੇਵਾ ਵਾਸਤੇ ਲੈ ਕੇ ਚੱਲੇ ਆ। ਕਈ ਭੈਣ ਭਰਾ ਕਹਿੰਦੇ ਆ ਵੀ ਅਸੀਂ ਤਾਂ ਉਹਨਾਂ ਲੋਕਾਂ ਨੂੰ ਚੱਕਦੇ ਜਿਨ੍ਹਾਂ ਦੀਆਂ ਕੋਠੀਆਂ ਕਾਰਾਂ, ਪਰ ਅੱਜ ਤੱਕ ਇੱਕ ਵੀ ਮੈਂਬਰ ਕੋਈ ਪਰਿਵਾਰ 'ਚ ਆ ਕੇ ਵੈਰੀਫਾਈ ਕਰ ਲਓ, ਸਾਡੇ ਤੋਂ ਐਡਰੈਸ ਲੈ ਲਓ ਵੀ ਜੇ ਕਿਸੇ ਤੋਂ ਵੀ ਇੱਕ ਪੰਜੀ ਦੇ ਵੀ ਰਵਾਦਾਰ ਹੋਈਏ। ਕਈ ਵਾਰੀ ਮਰੀਜ਼ ਸਾਡਾ ਲੈ ਕੇ ਆਉਂਦੇ, ਜਿਵੇਂ ਹੁਣ ਆਂਟੀ ਹੁਣੀ ਅਸੀਂ ਨਵਨੀਤ ਨੂੰ ਲੈ ਕੇ ਆਏ, ਇਹ ਕਹਿੰਦੇ ਅਸੀਂ ਸੇਵਾ ਕਰਨੀ ਹੈ ਇੱਥੇ, ਅਸੀਂ ਕਿਹਾ ਵੀ ਬਿਲਕੁਲ ਨਹੀਂ,
ਤੁਸੀਂ ਇੱਥੇ ਸੇਵਾ ਨਹੀਂ ਕਰ ਸਕਦੇ। ਇਹਨਾਂ ਦੀ ਸੇਵਾ ਲਈ ਉਹ ਵਾਹਿਗੁਰੂ ਭਗਵਾਨ ਹੈਗਾ ਵਾ। ਜੇ ਤੁਸੀਂ ਕਰਨਾ ਤਾਂ ਤੁਸੀਂ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਤੁਸੀਂ ਕੁਝ ਕਰਿਓ, ਸਾਨੂੰ ਇੱਥੇ ਨਹੀਂ ਜ਼ਰੂਰਤ ਕਿਸੇ ਵੀ ਚੀਜ਼ ਦੀ। ਤੇ ਇਸ ਕਰਕੇ ਸਾਡੀ ਬੇਨਤੀ ਆ ਵੀ ਇਹ ਨਾ ਸੋਚੋ ਵੀ ਅਸੀਂ ਪ੍ਰਾਪਰਟੀਆਂ ਕਾਰਾਂ ਨੂੰ ਲੈ ਕੇ ਚੱਲੇ ਹਾਂ। ਥੋੜੀ ਬਹੁਤੀ ਨਹੀਂ ਨਹੀਂ ਆਂਟੀ, ਕਿਸੇ ਚੀਜ਼ ਦੀ ਲੋੜ ਨਹੀਂ। ਮੇਰੀ ਸੁਣੋ ਗੱਲ, ਆਹੀ ਸੇਵਾ ਤੁਹਾਡੀ, ਤੁਸੀਂ ਆਪਦੀ ਗੱਡੀ ਕਰਾ ਕੇ ਲੈ ਆਇਆ ਕਰੋ। ਫਿਰ ਜੇ ਸੇਵਾ ਕਰਨੀ ਹੈ ਨਾ, ਫਿਰ ਸਾਨੂੰ ਇੱਥੋਂ ਗੱਡੀ ਭੇਜਣ ਦੀ ਬਜਾਏ ਤੁਸੀਂ 2000 4000 ਚ ਗੱਡੀ ਦਾ ਕਿਰਾਇਆ ਲਾ ਲਿਆ ਕਰੋ ਹਰ ਮਹੀਨੇ ਹੈ। ਜੇ ਲਾਉਣੀ ਹੋਈ ਹੈ ਨਾ, ਦੇਖੋ ਅਸੀਂ ਤੁਹਾਨੂੰ ਇੱਥੋਂ ਹੁਣ ਭੈਣ ਹੁਣੀ ਉਹ ਲੈ ਕੇ ਆਏ ਨੇ, ਕੀ ਨਾਂ ਭੈਣ ਦਾ ਜਿਹੜੇ ਤੁਹਾਨੂੰ ਲੈ ਕੇ ਆਏ ਜਾ ਕੇ? ਨਵਨੀਤ, ਉਹਨਾਂ ਦਾ ਹੈਗਾ ਕੁਲਦੀਪ ਭੈਣ ਆ ਸ਼ਾਇਦ, ਉਹ ਸਾਡੇ ਨਾਲ ਜੁੜੇ ਹੋਏ ਨੇ ਮੋਹਾਲੀ ਤੋਂ ਹੀ। ਦੇਖੋ ਉਹ ਭੈਣ ਨੂੰ ਅਸੀਂ ਬੇਨਤੀ ਕੀਤੀ, ਫਿਰ ਉਹਨਾਂ ਨੇ ਆਂਟੀ ਨਾਲ ਗੱਲ ਕੀਤੀ, ਸਵੇਰੇ ਉਹ ਡਰਾਈਵਰ ਨੂੰ ਨਾਲ ਲੈ ਕੇ ਆਂਟੀ ਨੂੰ ਘਰੋਂ ਜਾ ਕੇ ਲੈ ਕੇ ਆਏ ਨੇ। ਹੁਣ ਆਂਟੀ ਨੂੰ ਇੱਥੇ ਉਹਨਾਂ ਦੀ ਬੇਟੀ ਨਾਲ ਤੇ ਤਾਨਵੀ ਨੂੰ ਉਹਦੀ ਮੰਮੀ ਨਾਲ ਮਿਲਾਇਆ ਗਿਆ ਵਾ ਅੱਜ। ਇਹ ਜ਼ਿੰਦਗੀ, ਆ ਜਾਓ ਆਂਟੀ ਤੁਰੇ ਚੱਲਦੇ ਆ, ਇਹ ਜ਼ਿੰਦਗੀ 'ਚ ਬੇਟੀ ਦਾ ਤੇ ਮਾਂ ਦਾ ਪਹਿਲਾ ਮਿਲਣ ਕਹਾਂਗੇ ਅਸੀਂ ਤਾਂ, ਕਿਉਂਕਿ ਜਦੋਂ ਇਹ ਅਲੱਗ ਹੋਏ ਸੀ ਉਦੋਂ ਤਾਨਵੀ ਨੂੰ ਵੀ, ਆ ਜਾਓ ਆਂਟੀ ਮੈਨੂੰ ਸੋਝੀ ਨਹੀਂ ਸੀਗੀ, ਕਿਉਂਕਿ ਤਾਨਵੀ ਉਦੋਂ 2.5-3 ਸਾਲ ਦੀ ਸੀਗੀ ਤੇ ਉਦੋਂ ਨਵਨੀਤ ਭੈਣ ਵੀ ਇੰਨੀ ਠੀਕ ਨਹੀਂ ਸੀਗੀ ਵੀ ਉਹਨੂੰ ਸੋਝੀ ਨਹੀਂ ਸੀ। ਉਹ ਤਾਂ ਮਤਲਬ ਰੋਟੀ ਪਾਣੀ ਖਾਣ ਦਾ ਵੀ ਨਹੀਂ ਸੀ ਪਤਾ, ਕੂੜੇ ਚੋਂ ਕੱਢ ਕੇ ਰੋਟੀ ਖਾਣ ਵਾਲੀ ਗੱਲ ਸੀ ਉਹਦੀ ਤਾਂ ਉਸ ਟਾਈਮ, ਹੈ ਨਾ। ਤਾਂ ਫਿਰ ਉਹ ਹਾਲਾਤ ਜਿਵੇਂ ਜਿਵੇਂ ਇਕੱਲੀ ਰਹਿ ਗਈ, ਡਰਦੇ ਇਹ ਪਾਸੇ ਹੋ ਗਏ, ਕਿਉਂਕਿ ਇਹਨਾਂ ਨੂੰ ਮਾਰਦੀ ਕੁੱਟਦੀ ਸੀਗੀ। ਜਦੋਂ ਆਂਟੀ ਇਹਨੇ ਨਵਨੀਤ ਭੈਣ ਨੇ ਮੰਨ ਲਓ ਮਾਰਿਆ ਤੁਹਾਨੂੰ ਕੀ ਕਹਿੰਦੇ, ਗਲ ਘੁੱਟਤਾ ਕੀ ਕਹਿੰਦੇ ਤੁਸੀਂ? ਅੱਛਾ, ਤੁਹਾਨੂੰ ਵੀ ਮਾਰਿਆ, ਫਿਰ ਤੁਸੀਂ ਪੁਲਿਸ ਕਾਲ ਕੀਤੀ ਸੀ? ਹੈ ਅੱਛਾ, ਵੀ ਘਰ ਦਾ ਮਸਲਾ ਵਾ। ਹਾਂਜੀ, ਫਿਰ ਆ ਜਾਂਦੇ ਸੀ। ਉੱਥੇ ਸਪੇਨ ਗਈ ਸੀ ਨਾ, ਸਾਈਪ੍ਰਸ। ਉਹ ਉਦੋਂ ਉਹ ਨਾਲ ਗਿਆ ਸੀ ਇਹਦੇ ਘਰ ਵਾਲਾ ਵੀ? ਇਹ ਇਕੱਲੀ ਗਈ ਸੀਗੀ। ਇਹ ਇੱਥੇ ਕਿੰਨਾ ਪੜ੍ਹੀ ਸੀਗੀ? ਇੱਥੋਂ ਇੱਥੇ BA 42 ਦੇ ਕਾਲਜ ਵਿੱਚ ਪੜ੍ਹੀ ਹੈ। 42 42 ਚ? ਸੁਹਾਨੀ ਹੈ ਨਾ ਹਸਪੀਟਲ ਜੁੜ। ਹਾਂਜੀ, ਉੱਥੇ 3 ਸਾਲ ਦਾ ਕੋਰਸ ਕੀਤਾ ਜੀ ਅੱਖਾਂ ਦਾ। 1 ਸਾਲ ਕੀਤਾ ਇਹਨੇ ਕੰਪਿਊਟਰ ਦਾ। ਅੱਛਾ ਜੀ। ਉੱਥੇ ਤਨਖਾਹ ਥੋੜੀ ਦਿੰਦੇ ਸੀ, ਫਿਰ ਕਹਿੰਦੀ ਮੈਂ ਕੰਪਿਊਟਰ ਦੇ ਕੰਮ ਕਰਾਂਗੀ। ਫਿਰ ਇਹ ਉੱਥੇ ਵੀ ਲੱਗੀ ਰਹੀ ਉਹਦੇ ਚ ਕੰਪਨੀ ਜੀ ਚ ਨਾ, ਜਿਹੜੀ ਉਹ ਬਿਲਡਿੰਗ ਉਹ ਸੀਗੀ ਬਿਲਡਰਾਂ ਦੀ। ਹਾਂ ਹਾਂ, ਕੀ ਸੀ ਉਹ, ਬੜੀ ਮਸ਼ਹੂਰ ਕੰਪਨੀ ਹੈ ਤੁਹਾਡੀ ਉੱਥੋਂ ਦੀ। 18-19 ਹਜ਼ਾਰ ਤਨਖਾਹ ਸੀ ਉਦੋਂ। ਉਹ ਜੀ ਚਲਾ ਜਾਂਦਾ ਸੀ, 29,000 ਹੋਣੀ ਸੀ ਇਸ ਟਾਈਮ। ਐਸ ਵਿੱਚ ਵੀ ਹਸਪੀਟਲ ਚ ਵੀ ਲੱਗੀ ਨੌਕਰੀ। ਇਹਦੀ ਉਹ ਕਹਿੰਦੇ ਸ਼ੁਰੂ ਚ ਦਿਆਂਗੇ ਅਸੀਂ ਅੱਖਾਂ ਦਾ, ਫਿਰ ਕਹਿੰਦੀ ਨਹੀਂ ਮੈਂ 15,000। ਉਹ ਮਗਰ ਚਲੇ ਜਾਂਦਾ ਸੀ ਫਿਰ? ਹਾਂ, ਇਹਦੇ ਦਫ਼ਤਰ ਰੋਜ਼ ਜਾਂਦਾ ਸੀ। ਰੋਜ਼ ਜਿਵੇਂ ਘਰ ਦੀ ਤੁਹਾਡੀ ਕਾਰ ਕੂਰ ਸਾਰਾ ਕੁਝ ਵੇਚ ਕੇ ਖਾ ਗਿਆ ਉਹ? 2.5 ਲੱਖ ਦੀ ਕਾਰ ਸੀਗੀ ਤੇ ਰੋਜ਼ ਲੈ ਗਿਆ, ਉਹ ਤਾਂ ਚੁੱਕ ਕੇ ਲੈ ਜਾਂਦਾ ਸੀ। ਸਾਈਨ ਕਰਾਏ ਗੱਡੀ ਦੇ। ਸਤਿ ਸ਼੍ਰੀ ਅਕਾਲ। ਤੇ ਕਰਾਉਂਦਾ ਸੀ ਨਾ, ਇਹਨੂੰ ਵੀ ਕਰਾਉਂਦਾ ਸੀ? ਹਾਂ। ਇਹ ਕੀ ਨਸ਼ਾ ਕਰਦੀ ਸੀ? ਰੋਟੀ ਕਰਦੇ ਸੀ, ਖਾਂਦੇ ਸੀ ਨਾ। ਹਾਂ, ਪਹਿਲੇ ਲੱਗ ਰਹਿੰਦੇ ਸੀਗੇ। ਰਾਤ ਨੂੰ ਚਾਚਾ ਰੋਜ਼ ਆਣਾ, ਇਕੱਲੀ ਬੈਠੀ ਰਹਿੰਦੀ ਸੀਗੀ। ਉਹਦੀ ਉਮਰ ਵੀ ਇਹ ਤੋਂ ਬਹੁਤ ਛੋਟੀ ਸੀ। ਤੇ ਬੇਟੇ ਮੇਰੇ ਹਸਬੰਡ ਵੀ 8 ਸਾਲ ਵੱਡੇ ਸੀ। ਆ ਨਹੀਂ, ਚਲੋ ਆਮ ਹੁੰਦਾ ਉਹ ਤਾਂ, ਕੋਈ ਗੱਲ ਨਹੀਂ, ਉਹ ਤਾਂ ਉਮਰ ਦਾ ਨਹੀਂ ਕੋਈ ਚੱਕਰ ਹੁੰਦਾ, ਪਰ ਜਿਵੇਂ ਉਹਦੀ ਬੱਚਾ ਕੁਛ ਤਾਂ ਕਰੇ। ਹਾਂ, ਵਾਹਿਗੁਰੂ ਜੀ ਫਤਿਹ। ਹੋਰ ਮਾਂ ਠੀਕ ਹੋ? ਇੱਥੇ ਨਵਨੀਤ ਅੱਜ ਤੇ ਗੁਰੂ ਘਰ ਮੱਥੇ ਸਿਰ ਢੱਕ ਲਓ। ਦੇਖੋ ਨਵਨੀਤ ਭੈਣ ਆਪਣੀ ਬੇਟੀ ਨੂੰ ਲੈ ਕੇ ਗੁਰੂ ਘਰ ਆਏ ਨੇ ਤੇ ਬਾਬਾ ਜੀ ਤੋਂ ਦੁਪਹਿਰ ਦੇ ਟਾਈਮ ਨਾ ਸੰਥਿਆ ਲੈਂਦੇ ਹੁੰਦੇ ਨੇ ਸਾਡੇ ਬੱਚੇ ਜਾਂ ਸਾਡੇ ਪਰਿਵਾਰ ਦੇ ਮੈਂਬਰ। ਇਹਦਾ ਦੂਰੀ ਰੱਖੀ ਨਵਨੀਤ ਦੇ ਨੇੜੇ ਨਾ ਜਾਈ ਵਾਲਾ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਕੰਦੇ ਬਣ ਪਾਵੋ, ਜੀ ਕੇ ਸੰਗ ਸਹਾਈ ਰਾਵ। ਸਿਰ ਢੱਕ ਲਓ। ਹਮ ਸੰਤ ਜਨਾ
ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਏ ਗੌਣ ਨ ਜੋਨੀ ਪਾਈਏ ਜਿਸ ਦੇਵੇ ਪੁਰਖ ਬੁਧਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨਾਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨਾਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਖਾਲਸਾ ਧੀਰ ਨੂੰ ਕਹੀ ਨਾ ਕਿ ਮੇਰੇ ਕਮਰੇ 'ਚ ਜਵਾਕਾਂ ਨੇ ਖੇਡਣ ਵਾਲੇ ਪਏ 2-3 ਖਿਡੌਣੇ ਜੀ ਉਹ ਲਿਆ ਦੇ ਚੱਕ ਮਗਾ ਚਲੋ ਬਸ ਇੰਨੀਆਂ ਕਿ ਸਾਡੀਆਂ ਬੇਨਤੀਆਂ ਸੀ ਤੁਹਾਡੇ ਨੂੰ ਜਾਣਕਾਰੀਆਂ ਸਾਂਝੀਆਂ ਕਰਨੀਆਂ ਸੀ ਵੀ ਜ਼ਿੰਦਗੀ 'ਚ ਕਈ ਵਾਰੀ ਇਸ ਤਰ੍ਹਾਂ ਦੇ ਪਹਿਲੂ ਬਣ ਜਾਂਦੇ ਨੇ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਵੀ ਅਸੀਂ ਨਾ ਚਾਹੁੰਦੇ ਹੋਏ ਵੀ ਉਹਨਾਂ ਹਾਲਾਤਾਂ 'ਚੋਂ ਬਚ ਨਹੀਂ ਸਕਦੇ ਤੇ ਵਾਹਿਗੁਰੂ ਦੀ ਜੇ ਕਿਰਪਾ ਹੋਵੇ ਸੱਚੇ ਪਾਤਸ਼ਾਹ ਦੀ ਤਾਂ ਅਸੀਂ ਉਹਨਾਂ ਦੁੱਖਾਂ ਤਕਲੀਫਾਂ 'ਚੋਂ ਨਿਕਲ ਵੀ ਸਕਦੇ ਹਾਂ। ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਇਸ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਨੇ। ਅੰਦਰ ਠੰਡੀ ਹਵਾ ਆਉਂਦੀ, ਉੱਪਰ ਕੂਲਰ ਲੱਗੇ ਹੋਏ ਨੇ। ਡਾਕਟਰ ਉੱਠਣਾ ਬੇਬੇ ਰੋਟੀ ਖਾ ਰਹੀ ਹੈ। ਬੇਬੇ ਭੋਗ ਲੈ ਲਾ, ਭੋਗ ਲੈ ਲਾ। ਲੈ ਕੁੜੇ ਸਰਜੀਤ ਕੁੜੇ ਭੋਗ ਲੈ ਲਾ ਭਾਈ। ਲਿਆ ਪੁੱਤਰ ਕੇ ਪਾਚਾ ਚੁੱਕ ਚਾਂਦ ਰੱਖੇ। ਰੋਟੀ ਖਾਣੀ ਆ ਅੱਜ ਸਵੇਰੇ ਖਾਧੀ ਨਹੀਂ ਖਾਧੀ ਸੀ ਦੁਪਹਿਰ ਦੀ ਖਾਣੀ ਆ। ਹੋਰ ਉਹਦੀ ਨਵਨੀਤ ਨਹੀਂ ਸੀ ਕੁੜੀ ਚੰਡੀਗੜ੍ਹ ਤੋਂ ਆਈ ਸੀ ਜਿਹੜੀ ਮਾਲੀ ਤੋਂ, ਉਹਦੀ ਨਿੱਕੀ ਜਿਹੀ ਕੁੜੀ ਅੱਜ ਮਿਲਣ ਆਈ ਆ ਉਹਨੂੰ। ਹਾਂ ਉਹਦੀ ਮਾਂ ਵੀ ਆਈ ਆ ਤੇ ਉਹਦੀ ਕੁੜੀ ਵੀ ਆਈ ਆ ਮਿਲਣ। ਇੱਥੇ ਮੇਰੀ ਭੈਣ ਆਈ ਆ। ਨਹੀਂ ਤੇਰੀ ਭੈਣ ਨਹੀਂ ਆਈ ਹਜੇ। ਆ ਇੱਥੇ ਆਊਗੀ ਹੁਣ ਨਵਨੀਤ। ਆਨੇ ਜੋ ਭੈਣੇ ਆ ਲਾਈਟਾਂ ਚਲਾਇਓ ਭਾਈ। ਲਾ ਲਓ ਵੀਰ ਜੀ ਆ ਪੈਪ ਪਈ ਆ ਮੰਗਾ ਦਿੰਦੇ। ਮਿਲਿਆ ਨਹੀਂ ਸਰ। ਉਹ ਆ ਗਈ ਨਵਨੀਤ ਕੋ। ਤਾਨਵੀ ਦਾ ਫੇਸ ਘਟਾਇਆ ਕਿਵੇਂ ਨਵਨੀਤ ਫਿਰ? ਹੈਲੋ ਤਾਨਵੀ। ਮੇਰੀ ਤਾਨਵੀ ਤਾਂ ਬਾਹਲੀ ਸਿਆਣੀ ਤੇ ਜਮੀ ਤੇਰੇ ਵਰਗੀ ਪੈਰੀਆਂ ਥਲਾ ਦੇ ਦਾਦੀ ਮਾਂ ਦੇ। ਗੋਪਾਲ ਬਾਪੂ ਜੀ ਨੂੰ ਮਿਲਣਾ ਮਿਲਾਉਣੇ ਆ ਭੈਣੇ, ਗੋਪਾਲ ਬਾਪੂ ਨੂੰ ਮਿਲਾਉਣੇ ਆ। ਇਹ ਦਾਦੀ ਆ, ਇਹ ਵੀ ਦਾਦੀ ਆ। ਉਹ ਨਾਨੀ ਆ, ਇਹ ਦਾਦੀ ਆ। ਸਤਿ ਸ਼੍ਰੀ ਅਕਾਲ। ਤਾਨਵੀ ਕਿਹੜੀ ਜਮਾਤ ਚ ਪੜ੍ਹਦੀ ਕਲਾਸ ਚ ਤੂੰ? 3rd ਕਲਾਸ। ਕਿਹੜੇ ਸਕੂਲ ਚ?
ਵਿਸ਼ਾਲ ਪਬਲਿਕ ਸਕੂਲ। ਚਲੋ ਜਾਓ, ਆਂਟੀ ਸਾਰਿਆਂ ਨੂੰ ਮਿਲਾ ਦੇ ਭੈਣੇ, ਆਪਣੀ ਬੇਟੀ ਨੂੰ ਮਿਲਾ ਦੇ ਕਿ ਮੇਰੀਆਂ ਸਹੇਲੀਆਂ ਮਾਂ ਸਾਰੀਆਂ। ਤੇਰਾ ਧੰਨਵਾਦ ਆ ਭੈਣੇ, ਬਹੁਤ ਨਹੀਂ ਨਹੀਂ ਆਂਟੀ, ਬਹੁਤ ਧੰਨਵਾਦ। ਤੁਸੀਂ ਇੱਥੇ ਆਏ ਹੋ, ਥੈਂਕ ਯੂ। ਬੈਠੋ ਆਂਟੀ, ਮਿਲੋ ਸਾਰਿਆਂ ਨੂੰ। ਘਿਰਾਉਣੇ ਧੀਰ ਨੂੰ ਕਹਿ ਕੇ ਨਾ ਛੋਟੇ ਬੱਚਿਆਂ ਵਾਲੇ ਮੰਗਾ ਦੇ, ਆਹ ਬੋਤਲਾਂ ਮੁੱਕ ਗਈਆਂ ਪਾਣੀ ਦੀਆਂ ਅੰਦਰੋਂ ਮੰਗਾ ਦੇ। ਬਾਪੂ ਜੀ ਦੀ ਮੈਂ ਕੱਲ ਪੂਰੇ 18 ਸੈਕਟਰ ਫੋਨ ਘਮਾਤੇ, ਪਰ ਉਹਨਾਂ ਦਾ ਰੇਡੀਓ ਨਹੀਂ ਮਿਲਿਆ। ਮਿਲਿਆ ਨਹੀਂ? ਇਹ ਰੇਡੀਓ ਹੈਗੇ ਆ ਸਾਡੇ ਕੋਲ, ਆ ਗਿਆ ਕੋਈ ਨਾ, ਕੱਲ ਮੈਂ ਗੂਗਲ ਤੇ ਸਰਚ ਮਾਰ ਉਹ ਮਿਲਦੇ ਨਹੀਂ। ਜੇ ਕਿਤੋਂ ਵੀ ਮਿਲਿਆ ਮੈਂ ਲੈ ਜਾਊਂਗੀ, ਕੋਈ ਨਾ ਭੈਣੇ, ਕਿਉਂਕਿ ਲਾਸਟ ਟਾਈਮ ਮੈਂ ਪ੍ਰੋਮਿਸ ਕੀਤਾ ਸੀ। ਕੋਈ ਨਾ, ਤੁਹਾਨੂੰ ਅਸੀਂ ਦੇ ਦਿੰਦੇ ਰੇਡੀਓ, ਤੁਸੀਂ ਉਹਨੂੰ ਦੇ ਦਿਓ ਬਾਪੂ ਨੂੰ, ਸਾਡੇ ਕੋਲ ਪਿਆ ਹੋਊਗਾ। ਤੇ ਪਾ ਲਓ ਖਿਡੌਣੇ ਮੰਗਾ ਦੇ ਹਨਾ, ਤੇ ਮਿਲਾਉਣੇ ਗੋਪਾਲ ਬਾਪੂ ਨੂੰ ਮਿਲਾ ਦੇ ਭੈਣ ਨੂੰ ਸੱਦ ਕੇ। ਤੇ ਬਸ ਇਹ ਸਾਡੀਆਂ ਸੁਪਨਿਆਂ ਦੇ ਘਰ ਦੀਆਂ ਮਾਵਾਂ ਦਾ ਘਰ ਆ ਸਾਡੀਆਂ ਦਾ। ਤੇ ਘਰ ਜੇ ਭਰਿਆ ਪਿਆ, ਤੁਸੀਂ ਦੇਖਿਆ ਮੰਜੇ ਜਾਣ ਨੂੰ ਜਗ੍ਹਾ ਨਹੀਂ ਗੀ। ਬਹੁਤ ਕੇਸ ਆਉਂਦੇ ਨੇ, ਬਹੁਤ ਭੈਣਾਂ ਦੇ ਫੋਨ ਆਉਂਦੇ ਨੇ ਵੀ ਕੋਈ ਮਾਂ ਬਿਮਾਰ ਆ ਜਾਂ ਪਈ ਆ ਘਰੇ ਜਾਂ ਕਿਵੇਂ ਆ। ਤੇ ਪਰ ਅਸੀਂ ਕਈ ਵਾਰੀ ਨਹੀਂ ਕਰ ਪਾਉਂਦੇ ਸੇਵਾ, ਕਿਉਂਕਿ ਸਾਰਿਆਂ ਦੀ ਸੇਵਾ ਕਰਨ। ਉਰੇ ਲਿਆਈ ਕਾਕੇ, ਆ ਬੇਬੇ ਦੇਖ ਲਓ ਚੁੰਨੀ ਦੇ ਥੱਲੇ ਕਿੰਨੇ ਫਰੂਟ, ਆ ਮੂੰਗਫਲੀਆਂ ਗਰਮੀਆਂ 'ਚ ਬਦਾਮ ਬਦਾਮ ਖਾ ਕੇ। ਇਹ ਬੇਬੇ ਹਮੇਸ਼ਾ ਕੋਈ ਖਾਣ ਨੂੰ ਚੀਜ਼ ਦਿੰਦੀ ਰਹਿੰਦੀ ਹੈ ਮੈਨੂੰ। ਹੁਣ ਇਹਨੇ ਮੂੰਗਫਲੀਆਂ ਛਿੱਲੀਆਂ ਵਾ, ਇਹਦੇ ਟਰੰਕ ਦੇ ਵਿੱਚੋਂ ਮੂੰਗਫਲੀਆਂ ਨਿਕਲੀਆਂ ਜਿਹੜੀਆਂ ਸਿਆਲਾਂ ਵਾਲੀਆਂ ਸੀਗੀਆਂ, ਅੱਧੀਆਂ ਚੂਹਿਆਂ ਨੇ ਖਾਧੀਆਂ ਹੋਈਆਂ ਸੀ ਨਾ ਭੂਆ। ਹਾਂ ਆ ਬੇਬੇ ਮੇਰੀ ਆ ਗਈ। ਹਾਂ ਬੇਬੇ ਸਤਿ ਸ੍ਰੀ ਅਕਾਲ। ਬੇਲੜੇ ਵਾਲੀ ਬੇਬੇ ਸਾਡੀ, ਬੇਨੜੇ ਵਾਲੀ, ਇਹ ਸਾਡੀ ਬੇਨੜੇ ਵਾਲੀ ਬੇਬੇ ਆ। ਜਾ ਮਾਂ, ਜਾਇਆ 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 ਜਾਇਆ। ਸਤਿ ਸ੍ਰੀ ਅਕਾਲ ਰੇਖਾ ਰਾਣੀ, ਤਕੜੀਆਂ ਭਾਈ, ਐਕਸਰਸਾਈਜ਼ ਕਰਨ ਚੱਲੀਆਂ? ਜਾਇਆ ਜਾਇਆ। ਹੋਰ ਹਿੱਤੂ, ਇਹਦਾ ਭਰਾ ਵਾ ਹਿੱਤੂ, ਰੇਖਾ ਤੇ ਹਿੱਤੂ, ਅਸੀਂ ਦੋਨੋਂ ਰਾਮ ਉੱਥੋਂ ਲੈ ਕੇ ਰਾਮਪੁਰਾ ਫੂਲ ਤੋਂ। ਹਾਂ ਭੈਣੇ ਸਤਿ ਸ੍ਰੀ, ਠੀਕ ਆ ਹੁਣ ਤੂੰ? ਜਿਉਂਦੀ ਵਸਦੀ ਰਹੇ ਭਾਈ, ਮਹਾਰਾਜ ਤੇਰਾ ਕਿਰਪਾ ਕਰ। ਹਾਂ ਠੀਕ ਹੈ ਭੈਣੇ, ਠੀਕ। ਵਾਹਿਗੁਰੂ ਕਰੋ, ਐ ਨਾ ਕਿਹਾ ਕਰ ਭੈਣ ਮੇਰੀ, ਸੱਚੇ ਪਾਤਸ਼ਾਹ। ਹਾਂ ਚੰਬੀ ਚੱਲਾਂਗੇ, ਚੰਬੀ ਇਹ ਚ ਪਾ ਲੈਂਦੇ, ਚੰਬੀ ਜਾਵਾਂਗੇ ਫਿਰ ਨਾ। ਬਸ ਬੇਬੇ ਹੁਣ ਇੰਨੀ ਤੂੰ ਵੀ ਖਾ ਲਈ। ਮੇਰੇ ਕੋਲ ਬਹੁਤ ਆ। ਅੱਛਾ ਲੈ ਦੇ ਦੇ। ਧੰਨਵਾਦ ਬੇਬੇ, ਜਿਉਂਦੀ ਵਸਦੀ ਰਹੇ। ਬਸ ਬਸ ਹੁਣ ਇੰਨੀ ਤੂੰ ਖਾ ਲਾ, ਮੋਟੀ ਹੋ ਜਾਏਗੀ ਤੂੰ ਵੀ। ਤੇ ਚਲੋ ਬਸ ਇਹੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਅੱਜ ਜੀ। ਬਹੁਤ ਧੰਨਵਾਦ। ਤਾਨਵੀ ਲਈ ਅਰਦਾਸ ਕਰਿਓ, ਤਾਨਵੀ ਦੀ ਮੰਮੀ ਲਈ, ਨਵਨੀਤ ਲਈ ਅਰਦਾਸ ਕਰਿਓ। ਤੇ ਉਹਨਾਂ ਦੋਨਾਂ ਮਾਵਾਂ ਧੀਆਂ ਦਾ ਆਉਣ ਵਾਲਾ ਜੀਵਨ ਆ ਜਿਹੜਾ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ। ਹਸਪੀਟਲ ਦੇ ਵਿੱਚ ਇੱਧਰ ਸਾਡੇ ਪਰਿਵਾਰ ਦੇ ਉਹ ਮੈਂਬਰ ਨੇ ਜਿਹੜੇ ਦੁੱਖਾਂ ਤਕਲੀਫਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੇ ਨੇ ਇਸ ਟਾਈਮ। ਤੁਸੀਂ 1000 ਤੋਂ ਪਲੱਸ ਆ ਸਾਡੀ ਨਿਸ਼ਾ ਭੈਣ ਬੈਠੀ ਹੈ। ਨਿਸ਼ਾ ਭੈਣੇ ਸਤਿ ਸ੍ਰੀ ਅਕਾਲ। ਹੋਰ ਭੈਣੇ ਤਕੜੀ ਮੇਰੀ ਭੈਣ, ਜਿਉਂਦੀ ਵਸਦੀ ਰਹੇ ਮੇਰੀ ਭੈਣ। ਇਹ ਨਿਸ਼ਾ ਗਰਗ ਭੈਣ ਆ ਜੀ, ਜਿਹੜੀ ਭੈਣ ਨੂੰ ਤੁਸੀਂ ਦੇਖਿਆ ਸੀ ਪਟਿਆਲੇ ਰੇਲਵੇ ਸਟੇਸ਼ਨ ਤੇ ਸੀਗੀ। ਅਸੀਂ ਰਾਜਪੁਰੇ ਦੀ ਰਹਿਣ ਵਾਲੀ ਹੈ ਭੈਣ। ਭੈਣ ਪੜ੍ਹੀ ਲਿਖੀ ਬਹੁਤ ਆ। ਇਹਦੇ ਨਾਲ ਦੀਆਂ ਕਿੰਨਾ ਪੜ੍ਹੀਆਂ ਭੈਣੇ? BA B.Ed ਆ ਭੈਣ। ਤੇ ਇਹਨਾਂ ਦੀਆਂ ਸਾਬਣ ਦੀਆਂ ਫੈਕਟਰੀਆਂ ਸੀ, ਬਹੁਤ ਤਕੜਾ ਕਾਰੋਬਾਰ ਸੀਗਾ। ਰਾਜਪੁਰੇ ਸ਼ਹਿਰ 'ਚ ਘਰ ਆ, ਸਾਰਾ ਕੁਛ ਹੈਗਾ। ਪਰ ਕਈ ਵਾਰੀ ਕੋਈ ਵਕਤ ਹੀ ਇਸ ਤਰ੍ਹਾਂ ਦਾ ਹੁੰਦਾ, ਸਮਾਂ ਕਈ ਵਾਰੀ ਇਸ ਤਰ੍ਹਾਂ ਦਾ ਆ ਜਾਂਦਾ ਵਾ। ਤੇ ਹੁਣ ਸਾਡੀ ਭੈਣ ਬਿਲਕੁਲ ਠੀਕ ਆ ਦੁਬਾਰਾ ਤੋਂ। ਹੁਣ ਇਹਦੇ ਪੈਰ ਦਾ ਆਪਰੇਸ਼ਨ ਹੋਣਾ, ਲੱਤ ਟੁੱਟੀ ਹੋਈ ਹੈ ਭੈਣ ਦੀ, ਲਟਕਦੀ ਹੈ ਨਾਲੋਂ। ਤੇ ਬਸ ਅਰਦਾਸ ਕਰਿਓ ਸਾਡੀ ਨਿਸ਼ਾ ਗਰਗ ਭੈਣ, ਕਿਉਂਕਿ ਹਜੇ ਡਾਕਟਰਾਂ ਨੇ ਵੀ ਕਿਹਾ ਵੀ ਇਹਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਨਾ ਸਾਡੀ ਭੈਣ ਨੂੰ। ਜਿੱਥੇ ਵੀ ਇਹਦਾ ਮਨ ਹੈਗਾ ਵੀ ਇਹਨੂੰ ਆਰਾਮ ਕਰਨ ਦਿਓ। ਮੈਡੀਸਨ ਚੱਲਦੀ ਹੈ ਭੈਣ ਦੀ। ਤੇ ਹੁਣ ਦਵਾਈਆਂ ਇੱਥੇ ਉੱਪਰ ਕਲਾਸਰੂਮ ਆ ਜੀ ਬੱਚਿਆਂ ਦਾ, ਤਾਂ ਸਾਡੇ ਬੱਚੇ ਪੜ੍ਹਦੇ ਨੇ ਇੱਥੇ। ਉਹ ਕਵਿਤਾ ਖੜੀ ਆ ਸਾਹਮਣੇ, ਤੇ ਉਹ ਪਿੱਛੇ ਅਰਜੁਨ ਖੜਾ ਵਾ। ਉਹ ਦਿਲ ਆ ਸਾਰੇ ਜਾਣੇ ਬੱਚੇ ਉਹ ਬਾਹਰ ਆਇਓ ਬਈ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਆਜੋ ਵੀ, ਆਜੋ ਆਜੋ ਵੀ, ਆਜੋ ਆਜੋ ਵੀ, ਆਜੋ। ਤੇਰੀ ਪੱਗ ਦਾ ਲੜ ਖੁੱਲਾ ਦਿਲਪ੍ਰੀਤ। ਹੋਰ ਭਾਈ ਠੀਕ ਆ? ਪੜ੍ਹਾਈ ਚੱਲਦੀ ਸਾਰਿਆਂ ਦੀ? ਆਰਤੀ ਕਿਵੇਂ ਤੂੰ ਪੜ੍ਹਾਈ ਕੀਤੀ? ਸਕੂਲੇ ਗਈ ਸੀ ਅੱਜ? ਹਾਂ ਅੱਜ ਫਿਰ ਪੜ੍ਹਾਈ ਦੇ ਵਿੱਚ ਹੋਮਵਰਕ ਕੀ ਮਿਲਿਆ ਆਰਤੀ? ਆਰਤੀ ਹੋਮਵਰਕ ਕਰਦੀ ਹੁੰਦੀ ਸਾਰਾ ਜੀ? ਭੈਣੇ ਆਰਤੀ ਹੋਮਵਰਕ ਕਰਦੀ ਆ? ਸਾਰਾ ਕਰ ਲੈਂਦੀ ਆ? ਵੈਰੀ ਗੁੱਡ, ਕਲੈਪਿੰਗ ਆਰਤੀ ਲਈ। ਇਹ ਆ ਜੀ ਸਾਡੇ ਫੁੱਲਵਾੜੀ, ਤੇ ਇਹ ਹਸਪੀਟਲ ਸਾਡੇ ਸੁਪਨਿਆਂ ਦਾ।
ਤੇ ਇੱਕ ਦਿਨ ਇਹ ਹਸਪੀਟਲ ਜ਼ਰੂਰ ਸਾਡੇ ਸੁਪਨੇ ਪੂਰੇ ਕਰੂਗਾ। ਬਹੁਤ ਸਾਰੇ ਮਰੀਜ਼ ਸਾਡੇ ਕੋਲੇ ਆਉਂਦੇ ਨੇ ਜਿਹੜੇ ਲੋੜਵੰਦ ਨੇ ਤੇ ਜਿਨ੍ਹਾਂ ਦੀ ਅਸੀਂ ਮਦਦ ਕਰ ਸਕੀਏ। ਆਹ ਛੋਟਾ ਵੀਰ ਸਾਡੇ ਕੋਲੇ ਨੌਜਵਾਨ ਆਉਣ ਲੱਗਿਆ ਸੇਵਾ ਤੇ ਨਵਾਂ। ਇਹ ਵੀਰ ਵੀ ਮਹਾਰਾਜ ਕਿਰਪਾ ਕਰੇ ਸੇਵਾ ਕਰ ਸਕੇ। +2 ਕਰੀ ਆ, +2 ਕਰਕੇ ਹੁਣ ਇੱਥੇ ਸਾਡੇ ਕੋਲੇ ਆਉਂਦਾ ਸੇਵਾ ਲਈ ਬਾਈ। ਹਲਵਾਰੇ ਤੋਂ, ਹਲਵਾਰੇ ਪਿੰਡ ਤੋਂ ਬਾਈ। ਸਰਪੰਚ ਪਿਆ ਸੁੱਤਾ ਸਾਡਾ, ਘੋੜੇ ਵੇਚ ਕੇ ਸੁੱਤਾ ਪਿਆ ਸਰਪੰਚ। ਉੱਠਿਆ ਵੀ ਸਰਪੰਚ ਸਾਡਾ ਬਾਪੂ ਬੈਦਵਾਨ ਜੀ ਵੀ ਸੁੱਤੇ ਪਏ ਨੇ। ਪਿਆਂ ਦੀ ਮੇਰੀ ਵੀ ਪੱਗ ਹਿੱਲ ਜਾਂਦੀ ਹੁੰਦੀ ਆ। ਹਾਂ ਭੈਣੇ ਸਤਿ ਸ੍ਰੀ ਅਕਾਲ ਮਾਂ। ਠੀਕ ਆ ਮਾਂ, ਹੁਣ ਠੀਕ ਆ ਅੱਗੇ ਨਾਲੋਂ? ਹਾਂ ਥੋੜਾ ਮੈਂ ਨਾ 2 ਕੰਨ ਚੈੱਕ ਕਰਾਵਾਂਗੇ, ਕੋਈ ਨਾ ਬਹੁਤ ਪਹਿਲੇ ਕੰਮ ਕਰਦੇ ਹੁੰਦੇ। ਕਰਾ ਦਿੰਦੇ ਆ। ਇਹ ਮਾਤਾ ਜੀ ਤੇ ਇਹਨਾਂ ਦੀ ਬੇਟੀ ਦੋਨੇ ਭੈਣੇ ਆਇਓ ਇੱਕ ਮਿੰਟ। ਇਹ ਘਰ 'ਚ ਹੀ ਪਏ ਸੀ। ਮਾਤਾ ਜੀ ਦੀਆਂ ਲੱਤਾਂ ਸਾਰੀਆਂ ਜਲੀਆਂ ਹੋਈਆਂ ਸੀਗੀਆਂ। ਘਰੇ ਨਾ ਗੈਸ ਖੁੱਲੀ ਰਹਿ ਗਈ। ਇਹ ਸਿੱਖਿਆ ਵੀ ਲੈਣ ਵਾਲੀ ਗੱਲ ਆ ਸਾਡੇ ਵਾਸਤੇ। ਇਹ ਭੈਣ ਤੇ ਇਹਦੇ ਮੰਮੀ ਸਬਜ਼ੀਆਂ ਲੈਣ ਗਏ ਬਾਜ਼ਾਰ ਤੇ ਜਦੋਂ ਆ ਕੇ ਇਹਨਾਂ ਨੇ ਲਾਈਟ ਔਨ ਕੀਤੀ ਤਾਂ ਅੱਗ ਦਾ ਗੋਲਾ ਹੀ ਨਿਕਲਿਆ ਸਾਰਾ, ਕਿਉਂਕਿ ਅੰਦਰ ਗੈਸ ਲੀਕ ਹੋਈ ਹੋਈ ਸੀਗੀ। ਜਦੋਂ ਸਵਿਚ ਔਨ ਕੀਤੀ ਚੰਗਿਆੜਾ ਨਿਕਲਿਆ ਤੇ ਉਹ ਅੱਗ ਪੈ ਗਈ ਸਾਰੀ ਗੈਸ ਨੂੰ, ਤੇ ਜਿਹਦੇ ਨਾਲ ਭੈਣ ਦੇ ਵੀ ਚਿਹਰੇ ਦੀਆਂ, ਬਾਹਾਂ ਦੀਆਂ, ਲੱਤਾਂ ਸਾਰੀਆਂ ਚੀਜ਼ਾਂ ਮੱਚ ਗਈਆਂ ਸੀ। ਮਾਤਾ ਜੀ ਦਾ ਵੀ ਆ ਦੇਖੋ ਫੇਸ ਵੀ ਸਾਰਾ ਮੱਚ ਗਿਆ ਸੀਗਾ, ਹੱਥ ਵੀ ਮੱਚ ਗਏ ਸੀ ਸਾਰੇ। ਆ ਦੇਖੋ ਬਾਹਾਂ ਦੇ ਉੱਪਰ ਨਿਸ਼ਾਨ, ਲੱਤਾਂ ਵੀ ਮੱਚ ਗਈਆਂ ਸੀਗੀਆਂ। ਜਿੰਨਾ ਕਿ ਇਲਾਜ ਕਰਾ ਸਕੇ ਕਰਾ ਲਿਆ। ਮੁੜ ਕੇ ਗਰੀਬੀ ਕਰਕੇ ਇਲਾਜ ਨਹੀਂ ਕਰਾ ਪਾਏ। ਹੁਣ ਤਾਂ ਘਰੇ ਪਏ ਸੀਗੇ ਤੇ ਉਵੇਂ ਹੀ ਬੋਕਰ ਜੀ ਉੱਪਰ ਰੱਖ ਕੇ ਉੱਪਰ ਦੀ ਚਾਦਰ ਦਿੱਤੀ ਹੋਈ ਸੀਗੀ ਤੇ ਇਹ ਮਾਮਾ ਧੀਆਂ ਦੋਨੇ ਕੋਈ ਦੇਸੀ ਦਵਾਈ ਲਾ ਲੈਂਦੀਆਂ ਸੀ ਮਾੜੀ ਮੋਟੀ। ਤੇ ਹੁਣ ਹਸਪੀਟਲ ਐਡਮਿਟ ਰਹੇ। ਪਹਿਲਾਂ ਤਾਂ ਮਾਤਾ ਜੀ ਦਾ ਕੀ ਨਾਂ? ਮਹਿੰਦਰ ਕੌਰ। ਤੁਹਾਡਾ? ਸਿਮਰਨ। ਸੀਮਾ ਭੈਣ ਤੇ ਮਹਿੰਦਰ ਕੌਰ ਮਾਤਾ ਜੀ ਪਹਿਲਾਂ ਦਾਖਲ ਸੀਗੇ ਹਸਪਤਾਲ 'ਚ। ਕਿਦਨ ਕੱਲ੍ਹ ਪਰਸੋਂ ਛੁੱਟੀ ਮਿਲੀ? ਕਿੰਨੇ ਦਿਨ ਰਹੇ ਹਸਪਤਾਲ? 10 ਦਿਨ ਹਸਪੀਟਲ ਰਹੇ ਆ ਤੇ ਹੁਣ ਦੀਪਕ ਹਸਪੀਟਲ ਤੋਂ ਛੁੱਟੀ ਮਿਲ ਗਈ ਆ। ਤੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਜਲਦ ਮਾਤਾ ਆਪਣੇ ਪੈਰਾਂ ਤੇ ਚੱਲ ਸਕਣ, ਆਪਣੀ ਧੀ ਨੂੰ ਉਹ ਸਾਰੀ ਸੁੱਖ ਆਰਾਮ ਦੇ ਸਕਣ, ਧੀ ਆਪਣੀ ਮਾਂ ਦੀ ਸੇਵਾ ਕਰ ਸਕੇ। ਇੱਧਰ ਸਾਡੇ ਪ੍ਰਿੰਸੀਪਲ ਮੈਡਮ ਪਏ ਨੇ। ਮੈਡਮ ਰਾਜਰਾਣੀ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਾਂ। ਸਤਿ ਸ੍ਰੀ ਅਕਾਲ ਜੀ ਪ੍ਰਿੰਸੀਪਲ ਸਾਹਿਬ, ਉੱਠਿਓ ਮਾੜਾ ਜਾ। ਸਤਿ ਸ੍ਰੀ ਅਕਾਲ। ਸਿਰ ਤੇ ਹੱਥ ਰੱਖ, ਚੀਰ ਪਾ। ਹੋਰ ਮਾਂ ਠੀਕ ਹੋ? ਚੁੰਨੀ ਲੈ ਲਓ, ਚੁੰਨੀ ਲੈ ਲਓ, ਚੁੰਨੀ। ਸਹੁਰਿਆਂ ਵੱਲੋਂ ਵੀ ਵੀਡੀਓ ਦੇਖਦੇ ਆ ਬੰਦੇ। ਹੋਰ ਸੁਣਾਓ ਮਾਂ ਠੀਕ ਹੋ? ਇਹ ਦੋਨੋਂ ਭਰਾ ਤੇ ਮਾਤਾ। ਉਹ ਫਰੂਟ ਇੱਧਰ ਦੇ ਦੇ ਬਈ ਸਾਰਿਆਂ ਨੂੰ। ਲੈ ਫਿਰ ਮੂੰਗਫਲੀ ਖਾ। ਆ ਗਿਆ ਬਾਪੂ। ਓਏ ਆ ਜਾ ਪ੍ਰੀਤ ਬਾਬੇ। ਜੈ ਹੋ, ਜੈ ਕ੍ਰਿਸ਼ਨ ਜੀ ਕੀ ਜੈ ਹੋ। ਉਹਨੇ ਜੈ ਕ੍ਰਿਸ਼ਨ ਜੀ ਆ ਜੀ। ਇਹਨਾਂ ਦੀ ਜਿਹੜੀ ਦੋਨੋਂ ਲੱਤਾਂ ਕੱਟੀਆਂ ਹੋਈਆਂ, ਇੱਕ ਬਾਂਹ ਕੱਟੀ ਹੋਈ ਆ। ਘਟੀਆ ਸਿਸਟਮ ਆ ਜਿਹੜਾ, ਉਹਨੇ ਜਿਹੜੀ ਮਾੜੀਆਂ ਮੋਟੀਆਂ ਬਚੀਆਂ ਸੀਗੀਆਂ ਉਹ ਵੀ ਵੱਢਤੀਆਂ। ਪਹਿਲਾਂ ਲੱਤ ਵੀ ਸੀਗੀ, ਪੈਰ ਵੀ ਸੀਗਾ। ਹਸਪਤਾਲ ਦੀ ਗਲਤੀ ਨਾਲ ਹੀ ਗਲ ਵੱਢਣਾ ਪੈ ਗਿਆ, ਲੱਤ ਬਾਂਹ ਵੀ ਵੱਢਣੀ ਪੈ ਗਈ। ਛਕੋ ਫਰੂਟ ਛਕੋ। ਓਏ ਕਿਵੇਂ ਬਾਪੂ ਤੁਰਨ ਲੱਗ ਗਿਆ ਤੂੰ? ਆ ਮੇਰਾ ਪ੍ਰੀਤ ਬਾਪੂ ਲੱਗ ਗਿਆ ਤੁਰਨ। ਚੜਾਈ ਤਾਂ ਤੇਰੀ ਆ ਬਾਪੂ, ਅਸੀਂ ਤਾਂ ਐਵੇਂ ਜਗ੍ਹਾ ਘੇਰੀ ਆ ਬਾਪੂ। ਗੋਲੀਆਂ ਦਵਾ ਦੇ ਇੱਕ। ਲੈ ਕਿਉਂ ਨਹੀਂ? 10 ਰੁਪਏ ਦੀਆਂ ਇਕੱਠੀਆਂ ਦਵਾ ਦੇ। ਮੈਂ ਕਿਹਾ ਤੈਨੂੰ 100 ਰੁਪਏ ਦੀਆਂ ਇਕੱਠੀਆਂ, ਤੂੰ ਦੱਸਾਂ ਨਹੀਂ ਕਿਹੜੀ ਗੱਲ ਕਰਦੀ। 100 ਰੁਪਏ ਦੀਆਂ ਇਕੱਠੀਆਂ ਗੋਲੀਆਂ ਦਵਾ ਦੇਣੀ। ਦਵਾ ਦੇ ਫਿਰ ਪੋਨਾ ਤੇਰਾ ਦਵਾ ਦੇਣੀ। ਮੈਂ ਕਿਹਾ ਪਿਆ ਜਾ ਆ ਜਾ ਤੂੰ ਆ ਜਾ। ਨਾ ਜੀਤਾ ਲੜਦਾ ਮੇਰੇ ਨਾਲ। ਮੈਂ ਕਿਹਾ ਜੀਤੇ ਦਾ ਵੀ ਕਰ ਲੈਂਦੇ ਗੱਲ। ਕਿਹੜੀ ਗੱਲ ਕਰਤੀ ਜੀਤੇ ਨੇ? ਪ੍ਰੀਤ ਬਾਪੂ ਸਾਡਾ ਤੁਰਨ ਲੱਗ ਗਿਆ ਜੀ। ਇਹ ਪੁਲ ਥੱਲੇ ਪਿਆ ਸੀ ਕਿਸੇ ਟਾਈਮ, ਹੁਣ ਤੁਰਨ ਫਿਰਨ ਲੱਗ ਗਿਆ। ਉਹ ਬਾਪੂ ਕੰਦੋਲਿਆਂ ਵਾਲਿਆ, ਤਰਸੇਮ ਬਾਪੂ ਕਿਵੇਂ ਆ? ਉਹ ਠੀਕ ਆ। ਏਅਰਪੋਰਟ ਤੇ ਕੰਮ ਕਰਦੇ ਸੀ ਤੁਸੀਂ? ਕੀ ਕੰਮ ਕਰਦੇ ਸੀ? ਕਾਹਦੇ ਵਿੱਚ ਸੀ? ਏਅਰਪੋਰਟ ਤੇ ਕਿਹੜੇ ਸੀ? ਆਦਮਪੁਰ। ਕੀ ਕੰਮ ਕਰਦੇ ਸੀ? ਹੈਂ? ਹਾਂ ਕੀ ਕੰਮ ਕਰਦੇ ਸੀ ਆਦਮਪੁਰ? MESC ਚ ਪਤਾ ਨਹੀਂ ਕੁਛ ਸੀਗੇ ਬਾਪੂ ਸ਼ਾਇਦ। ਜੀਵਨ ਸਾਥਣ ਦਾ ਤੁਰ ਗਿਆ। ਬਾਪੂ ਨੂੰ ਡਿਮੈਂਸ਼ੀਆ ਹੋਈ ਆ, ਕੋਈ ਸੁੱਧ ਬੁੱਧ ਨਹੀਂ, ਆਪਣਾ ਨਾਮ ਵੀ ਨਹੀਂ ਯਾਦ ਰਹਿੰਦਾ। ਹਾਂ ਬਲਜਿੰਦਰਾ
हाँ बापू जी सत श्री अकाल। ठीक है बापू, हुण ठीक है सेहत? ये भी बुढ़े बारे तकलीफ सी बापू, 4 साल हो गए सी, जख्म रिसदा सी, पिछों पस निकलती सी, दोने ही घरे एक दूजे का सहारा, जिवें साडी टिपिकल पंजाबी लैंगुएज बोली भी एक तीवी मालकी सीगे दोने घरे भाई, तीजा कोई नहीं सी। बेटा सी एक उस दुनिया, सत श्री अकाल मां, सत श्री अकाल, वो इस दुनिया तो जा चुकिया सी बेटा। उन्होंने की गल हो गई सी माता जी बेटे नूं तुहाडे नूं हार्ट अटैक हो गया? किन्ने कुं साल पहला? 15 साल हो गए। इक्को ही पुੱਤ ਸੀ ਤੁਹਾਡੇ? ਹਾਂਜੀ ਇੱਕੋ ਹੀ ਸੀਗਾ ਬੇਟਾ। ਹੁਣ ਫਿਰ ਬੇਬੇ ਕੌਣ ਧੀ ਹੈਗੀ ਆ? ਹੈਗੀ ਆ ਬੇਟੀ। ਬੇਟੀ ਆ। ਚਲੋ ਮਹਾਰਾਜ ਮਿਹਰ ਕਰੇ, ਤੰਦਰੁਸਤੀ ਬਖਸ਼ੇ ਬਾਪੂ ਨੂੰ, ਸਾਡੇ ਨੂੰ ਕਾਇਮ ਕਰ ਦੇਵੇ ਵਾਹਿਗੁਰੂ। ਖਾਓ ਛਕੋ। ਬਾਪੂ ਸਤਿ ਸ੍ਰੀ ਅਕਾਲ। ਸਿੱਧੂ ਸਾਹਿਬ ਕੀ ਹਾਲ ਨੇ? ਸਿੱਧੂ ਸਾਹਿਬ, ਸਿੱਧੂ ਸਾਹਿਬ ਕਿਵੇਂ ਹੋ? ਕੀ ਹਾਲ ਨੇ? ਉੱਥੇ ਨਾਲੋਂ ਇੱਥੇ ਠੀਕ ਹੋ? ਖੁਸ਼ ਹੋ? ਬਹੁਤ ਬਹੁਤ। ਕੀ ਨਾਮ ਬਾਪੂ ਪੂਰਾ? ਬਲਦੇਵ ਸਿੰਘ ਜੀ। ਬਲਦੇਵ ਸਿੰਘ ਸਿੱਧੂ। ਬਾਪੂ ਦਾ ਨਾਂ ਜੀ ਬਲਦੇਵ ਸਿੰਘ ਸਿੱਧੂ। ਬਾਪੂ ਜੀ ਨੂੰ ਪਰਸੋਂ ਚੌਥੇ ਤੁਸੀਂ ਦੇਖੀ ਹੋਣੀ ਵੀਡੀਓ, ਜਲੰਧਰ ਤੋਂ ਲੈ ਕੇ ਆਏ ਸੀ ਅਸੀਂ। ਜਲੰਧਰ ਸ਼ਹਿਰ ਦੇ ਵਿੱਚ ਬਾਪੂ ਜੀ ਇੱਕ ਫੈਕਟਰੀ ਸੀ ਬੰਦ, ਉਹਦੇ ਵਿੱਚ ਰਹਿੰਦੇ ਸੀ 15-20 ਸਾਲਾਂ ਤੋਂ। ਪਹਿਲਾਂ ਉਸੇ ਫੈਕਟਰੀ 'ਚ 15-20 ਸਾਲ ਕੰਮ ਕੀਤਾ, ਫੈਕਟਰੀ ਬੰਦ ਹੋ ਗਈ। ਉਸੇ ਫੈਕਟਰੀ 'ਚ ਚੌਂਕੀਦਾਰਾ ਕਰਨ ਲੱਗ ਗਏ। ਉਦੋਂ ਬਾਅਦ 'ਚ ਸਰੀਰ ਖੜ ਗਿਆ, 10 ਰੁਪਏ ਵੀ ਮਾਲਕ ਨਹੀਂ ਸੀ ਦਿੰਦਾ ਇਹਨਾਂ ਨੂੰ। ਇੱਕ ਮੂਹਰੇ ਬਰਾਂਡੇ ਜਿਹਦੇ ਵਿੱਚ ਪਿਆ ਸੀ ਬਾਪੂ, ਨਾ ਕੋਈ ਕਮਰਾ ਖੋਲ੍ਹਿਆ, ਨਾ ਕੋਈ ਬੈੱਡ ਸੀ ਉੱਥੇ, ਇਵੇਂ ਹੀ ਠੰਡੀਆਂ ਰਾਤਾਂ, ਸਰਦ ਗਰਮੀ ਦੇ ਵਿੱਚ ਇਵੇਂ ਹੀ ਕੱਟਦਾ ਸੀ। ਆਸ-ਪਾਸ ਦੇ ਲੋਕ ਰੋਟੀ ਦੇ ਕੇ ਜਾਂਦੇ ਸੀ। ਤੇ ਸਰਦਾਰ ਬਲਦੇਵ ਸਿੰਘ ਸਿੱਧੂ ਚੰਗਾ ਤਕੜਾ ਜ਼ਿਮੀਂਦਾਰ, ਪੜ੍ਹਿਆ ਲਿਖਿਆ ਪਰਿਵਾਰ, 2 ਭਰਾ, ਇੱਕ ਫੌਜ 'ਚ ਸੀ ਰਿਟਾਇਰ, ਉਹ ਆਪਦਾ ਅੱਡ ਰਹਿੰਦਾ ਜਗਾਦਰੀ ਸਹੁਰੀ। ਬਾਪੂ ਸਾਰੀ ਉਮਰ ਇਹਨੇ ਫੈਕਟਰੀ 'ਚ ਕੱਢੀ ਆ, ਇਹਨੇ ਬੁਢਾਪਾ ਵੀ ਫੈਕਟਰੀ 'ਚ ਕੱਢਣਾ ਤੈਅ ਕਰ ਲਿਆ ਸੀ। ਪਰ ਹੁਣ ਉੱਥੇ ਹੀ ਲੈਟਰਿਨ ਬਾਥਰੂਮ ਹੋ ਰਿਹਾ ਸੀ, ਉੱਥੇ ਹੀ ਗੰਦਗੀ ਦੇ ਢੇਰ ਲੱਗੇ ਪਏ ਸੀ। ਬਾਪੂ ਬਹੁਤ ਮਾੜੀ ਹਾਲਤ ਸੀਗਾ, ਪਰ ਤੁਹਾਡੀਆਂ ਦੁਆਵਾਂ ਨੇ, ਅਰਦਾਸਾਂ ਨੇ, ਬਾਪੂ ਬਲਦੇਵ ਸਿੰਘ ਸਿੱਧੂ, ਜਿਹੜੇ ਇਹ ਵੀ ਕਹਿੰਦਾ ਤਾਲੀ ਠੋਕੋ ਤਾਲੀ ਸਿੱਧੂ ਸਾਹਿਬ, ਤੇ ਇਹ ਵਾਹਿਗੁਰੂ ਦੀ ਮਿਹਰ ਨਾਲ ਹੁਣ ਸਾਡੇ ਕੋਲੇ ਆ ਗਿਆ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਭੈਣ ਆ ਜੀ ਸਾਡੇ, ਪ੍ਰਦੀਪ ਆ ਵਲੰਟੀਅਰ, ਉਹਦੇ ਮੰਮੀ ਆ। ਇਹਨਾਂ ਦਾ ਵੀ ਆਪਰੇਸ਼ਨ ਹੋਇਆ, ਉਹ ਇਕੱਲਾ ਹੀ ਬੇਟਾ ਸੀ ਇਹਨਾਂ ਦਾ, ਸਾਡੇ ਨਾਲ ਸੇਵਾ ਕਰਾਉਂਦਾ ਵੀਰਾ, ਤੇ ਉਹਦੀ ਮੰਮੀ ਦਾ ਫਿਰ ਇੱਥੇ ਹਰਨੀਆਂ ਦਾ ਆਪਰੇਟ ਹੋ ਕੇ ਹਟਿਆ, ਹੁਣ ਠੀਕ ਨੇ। ਤੇ ਇੱਧਰ ਮਾਤਾ ਪਈ ਆ ਬਲਜੀਤ, ਇੱਧਰ ਆ ਵੀ ਲਵਪ੍ਰੀਤ, ਕਿਵੇਂ ਆ? ਹੈਂ? ਠੀਕ ਹੈ ਮੰਮੀ? ਹਾਂਜੀ ਠੀਕ ਆ। ਗੱਲਾਂ ਕਰਦੇ ਹੁੰਦੇ, ਹੁਣ ਸੁੱਤੇ ਆ, ਸੁੱਤੇ ਪਏ ਆ? ਕਰਦੇ ਗੱਲਾਂ ਗੱਲਾਂ ਕਰਦੇ ਆ। ਹੁਣੇ ਰੋਟੀ ਖਾਧੀ। ਇਹ ਯਾਨੀ ਕਿ ਸਰਬਣ ਪੁੱਤ ਆ, ਅੱਜ ਦਾ ਸਰਬਣ ਪੁੱਤ ਲਵਪ੍ਰੀਤ ਆ। ਦੋਨੇ ਮਾਂ ਪੁੱਤੀ ਆ ਘਰ 'ਚ, ਤੀਜਾ ਕੋਈ ਨਹੀਂ। ਭੈਣ ਨੂੰ ਬ੍ਰੈਸਟ ਦਾ ਕੈਂਸਰ ਹੋਇਆ ਸੀਗਾ, ਉਹਦੇ ਨਾਲ ਬ੍ਰੈਸਟ ਕਟਾਤਾ, ਪਰ ਪੈਸੇ ਹੋਣ ਨਾ ਕਰਕੇ ਘਰੇ ਬ੍ਰੈਸਟ ਕੱਟਣ 'ਚ, ਆਪਰੇਸ਼ਨ ਹੋਣ 'ਚ ਲੇਟ ਹੋ ਗਿਆ, ਜਦ ਤੱਕ ਕੈਂਸਰ ਬ੍ਰੇਨ 'ਚ ਚਲਾ ਗਿਆ। ਹੁਣ ਡਾਕਟਰ ਕਹਿੰਦੇ ਬ੍ਰੇਨ ਨੂੰ ਕੈਂਸਰ ਨੇ ਪੂਰੇ ਨੇ ਕਵਰ ਕਰ ਲਿਆ, ਨਾ ਤਾਂ ਉਹਦਾ ਕੋਈ ਆਪਰੇਸ਼ਨ ਕੀਤਾ ਜਾ ਸਕਦਾ। ਕੀਮੋਥੈਰੇਪੀਆਂ ਚੱਲੀਆਂ ਸੀਗੀਆਂ, ਉਹ ਇਹ ਝੱਲ ਨਹੀਂ ਪਾ ਰਹੀ ਭੈਣ, ਸਰੀਰ 'ਚ ਇੰਨੀ ਜਾਨ ਨਹੀਂ ਬਚੇਗੀ। ਤੇ ਹੁਣ ਬਲਜੀਤ ਕੌਰ ਹੈ ਨਾ, ਦਲਜੀਤ ਕੌਰ ਭੈਣ ਆ ਸਾਡੇ, ਇੱਥੇ ਅੰਮ੍ਰਿਤਸਰ ਤੋਂ ਦੋਨੋਂ ਮਾਂ ਪੁੱਤ ਆਏ ਨੇ। ਅਸੀਂ ਲਵਪ੍ਰੀਤ ਦਾ ਧੰਨਵਾਦ ਕਰਦੇ ਹਾਂ। ਅੱਜ ਦੇ ਸਮੇਂ 'ਚ ਇਸ ਤਰ੍ਹਾਂ ਦੇ ਪੁੱਤ ਲੱਭਣੇ ਬਹੁਤ ਔਖੇ ਆ। ਆਪਦੀ 7ਵੀਂ ਦੀ ਪੜ੍ਹਾਈ ਛੱਡ ਕੇ ਮਾਂ ਦੀ ਸੇਵਾ ਕਰ ਰਿਹਾ ਪਿਛਲੇ 3-4 ਸਾਲਾਂ ਤੋਂ। ਫਿਰ ਜੌਬ ਕਰਦਾ ਸੀਗਾ ਕਰਿਆਨੇ ਦੀ ਦੁਕਾਨ ਤੇ, 3-4 ਹਜ਼ਾਰ ਰੁਪਇਆ ਕਮਾਉਂਦਾ ਸੀ, ਉਹਦੇ ਨਾਲ ਆਪਣੀ ਮਾਂ ਨੂੰ ਰੋਟੀ ਖਵਾਉਂਦਾ ਸੀ। ਕਿਉਂਕਿ ਜ਼ਮਾਨਾ ਤਾਂ ਆਪਾਂ ਨੂੰ ਪਤਾ ਹੀ ਹੈ ਕਿਹੜਾ ਚੱਲਦਾ, ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਨਹੀਂ ਆਉਂਦਾ ਜਦੋਂ ਦੁੱਖ 'ਚ ਹੁੰਦਾ ਬੰਦਾ। ਸੁੱਖ ਦੇ ਸਾਥੀ ਬਹੁਤ ਆ, ਦੁੱਖ ਦਾ ਕੋਈ ਨਹੀਂ। ਤੇ ਹੁਣ ਇੱਥੇ ਸਾਡੇ ਕੋਲੇ ਸਾਡੇ ਸੁਪਨਿਆਂ ਦੇ ਘਰ 'ਚ ਰਹਿ ਕੇ ਲਵਪ੍ਰੀਤ ਨਾਲ ਸਾਡੇ ਸੇਵਾ ਵੀ ਕਰਾਉਂਦਾ, ਆਪਣੀ ਮੰਮੀ ਦੀ ਵੀ ਸੇਵਾ ਕਰਦਾ। ਤੁਸੀਂ ਅਰਦਾਸ ਕਰਿਓ ਭੈਣ ਦੀ, ਦਲਜੀਤ ਕੌਰ ਦੀ ਥੋੜ੍ਹੀ ਵੀ ਤਕਲੀਫ ਘੱਟ ਸਕੇ, ਥੋੜ੍ਹੀ ਵੀ ਉਹਦੀ ਜ਼ਿੰਦਗੀ 'ਚ ਆਸਾਨੀ ਪੈਦਾ ਹੋ ਸਕੇ। ਰਵਜੋਤ ਕੌਰ ਸਾਡੀ ਦੇਖੋ ਚੱਲਣ ਫਿਰਨ ਲੱਗ ਗਈ ਆ, ਹੁਣ ਆਪਦੇ ਪੈਰਾਂ 'ਤੇ ਚੱਲ ਕੇ ਆਉਂਦੀ ਹੈ ਇਕੱਲੀ। ਉੱਥੋਂ ਬਾਹਰੋਂ ਆਪਣੇ ਮੰਜੇ ਕੋਲੋਂ ਪੈਦਲ ਆਉਂਦੀ ਹੈ ਤੁਰ ਕੇ ਇੱਦਾਂ ਹੀ, ਤੇ ਇੱਥੇ ਫਿਜ਼ੀਓਥੈਰੇਪੀ ਕਰਾਉਣ ਆਉਂਦੇ ਆ। ਪਿੱਛੇ ਬਾਪੂ ਤੁਰਿਆ ਆਉਂਦਾ, ਪ੍ਰੀਤ ਬਾਬਾ। ਇਹ ਆ ਗੁਰੂ ਦੀ ਕਿਰਪਾ, ਜਿਹੜੇ ਚੱਲ ਨਹੀਂ ਸਕਦੇ ਸੀ ਉਹ ਵੀ ਚੱਲਣ ਦੱਸਦੇ। ਪਰ ਧੰਨਵਾਦ ਆ ਸਾਡੇ ਫਿਜ਼ੀਓਥੈਰੇਪਿਸਟ ਅਮਿਤਾ ਮੁੰਡਾ ਤੇ ਜੈਸਮੀਨ ਭੈਣ, ਦੋਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਨੇ, ਬਹੁਤ ਹੀ ਜ਼ਿਆਦਾ ਸੇਵਾ ਕਰਦੇ ਨੇ, ਜਿਹੜਾ ਇੰਪੋਸੀਬਲ ਨੂੰ ਵੀ ਪੋਸੀਬਲ ਕਰਤਾ ਉਹਨਾਂ ਨੇ। ਤੇ ਇਹ ਵੱਡੀ ਕਿਰਪਾ ਗੁਰੂ ਦੀ। ਤੇ ਇੱਧਰ ਸਾਡੇ ਮਾਤਾ
ਸਾਡੀ ਸੁਰਿੰਦਰ ਕੌਰ ਬੇਬੇ ਮੇਰੀ ਮਾਂ, ਸਤਿ ਸ੍ਰੀ ਅਕਾਲ। ਹੋਰ ਮਾਂ ਤਕੜੀ ਹੋ? ਤਕੜੀ ਚਾਹੀਦੀ ਆ ਬੇਬੇ ਸਾਡੀ। ਤੇ ਬਾਪੂ ਚੰਡੋਕ ਸਾਹਿਬ ਸਾਡੇ ਉਹ ਵਾਪਸ ਚਲੇ ਗਏ ਸੀ ਪਿੰਡ ਆਪਣੇ ਦਿੱਲੀ, ਆਪਣੇ ਭਰਾ ਕੋਲੇ। ਉਹ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਇੱਥੇ। ਜਿਵੇਂ ਤੁਹਾਨੂੰ ਪਤਾ ਮਾਤਾ ਜੀ ਹੁਣ ਸਾਡੇ ਕੋਲੇ ਆ, ਅਸੀਂ ਬਾਪੂ ਜੀ ਨੂੰ ਵੀ ਬੇਨਤੀ ਕਰਦੇ ਆ, ਮਾਤਾ ਜੀ ਇਕੱਲੇ ਨਾ, ਕਿਉਂਕਿ ਜਿਹੜਾ ਵਿਛੋੜਾ ਨਾ ਉਹ ਬਿਮਾਰੀਆਂ ਤੋਂ ਵੀ ਕਿਤੇ ਵੱਡਾ ਵਾ। ਬਿਮਾਰੀ ਵੀ ਝੱਲ ਲੈਂਦਾ ਬੰਦਾ, ਪਰ ਵਿਛੋੜਾ ਝੱਲਣਾ ਬਹੁਤ ਔਖਾ। ਹੁਣ ਇਹਨਾਂ ਨੇ ਦੋਨਾਂ ਨੇ ਸਾਰਾ ਜੀਵਨ ਇਕੱਠਿਆਂ ਨੇ ਕੱਢਿਆ, ਹਸਬੈਂਡ ਵਾਈਫ ਨੇ। ਬਾਪੂ ਪਿਛਲੇ 20-22 ਸਾਲਾਂ ਤੋਂ ਅੱਖਾਂ ਤੋਂ ਬਲਾਈਂਡ ਸੀ ਦਿੱਤਾ, ਤੇ ਹੁਣ ਬਾਪੂ 4 ਸਾਲ ਹੋ ਗਏ ਸੀ ਮਾਤਾ ਜੀ ਬਿਮਾਰ ਹੋ ਗਏ ਸੀ, ਤੇ ਬਾਪੂ ਜੀ ਪੂਰਾ ਸਾਥ ਦਿੰਦੇ ਸੀ। ਉਹ ਸਾਂਭਦੇ ਸੀ ਆਪਣੀ ਵਾਈਫ ਨੂੰ, ਸਾਫ ਸਫਾਈ ਕਰਨੀ, ਨਵਾਉਣਾ ਧਵਾਉਣਾ, ਡਾਈਪਰ ਬਦਲਣਾ, ਸਾਰਾ। ਦੇਖੋ ਇਹਨਾਂ ਦੇ ਗਠੀਏ ਦੇ ਨਾਲ ਪੈਰ ਵੀ ਕਿੱਦਾਂ ਹੋ ਗਏ ਸੀਗੇ ਤੇ ਹੱਥ ਵੀ ਵਿੰਗੇ ਹੋ ਗਏ ਸੀ। ਉੱਥੇ ਪਟਿਆਲੇ ਇਕੱਲੇ ਹੀ ਰਹਿੰਦੇ ਸੀ, ਸ਼ਹਿਰ 'ਚ ਘਰ 'ਚ ਹਰ ਚੀਜ਼ ਆਪਦੇ ਦਮ ਤੇ ਕਰਨ ਦੀ ਕੋਸ਼ਿਸ਼ ਕਰਦੇ, ਕਿਉਂਕਿ ਕੋਈ ਧੀ ਪੁੱਤ ਨਹੀਂ ਸੀਗਾ। ਤੇ ਪਰ ਹੁਣ ਜਦੋਂ ਇੱਥੇ ਲੈ ਆਂਦਾ ਬਾਪੂ ਜੀ 2-3 ਮਹੀਨੇ ਵਧੀਆ ਰਹੇ। 2 ਮਹੀਨੇ ਬਾਅਦ ਫਿਰ ਉਹ ਕਹਿਣ ਲੱਗ ਗਏ ਵੀ ਮੈਂ ਜਾਣਾ ਵਾਂ। ਵੀ ਆਪਣੇ ਭਰਾ ਨੂੰ ਫੋਨ ਕਰਦੇ ਰਹਿੰਦੇ, ਕਿਉਂਕਿ ਫੋਨ ਉਹਨਾਂ ਕੋਲੇ ਸੀਗਾ, ਅਸੀਂ ਫੜਿਆ ਨਹੀਂ ਸੀ ਫੋਨ। ਤੇ ਫਿਰ ਭਰਾ ਦਿੱਲੀ ਤੋਂ ਆਏ ਤੇ ਉਹ ਨਾਲ ਲੈ ਕੇ ਚਲੇ ਗਏ ਉਹਨਾਂ ਨੂੰ। ਹੁਣ ਉਦੋਂ ਤਾਂ ਮਾਤਾ ਨੇ ਵੀ ਕਹਿਤਾ ਸੀ ਵੀ ਕੋਈ ਨਾ ਲੈ ਜਾਣ ਦਿਓ। ਮੈਂ ਬਥੇਰਾ ਕਿਹਾ ਬਾਪੂ ਨਾ ਜਾ ਨਾ ਜਾ, ਤੇ ਬੇਬੇ ਵੀ ਕਹਿੰਦੀ ਕੋਈ ਨਾ ਜਾ ਲੈਣ ਦਿਓ। ਜਦੋਂ ਚਲੇ ਗਏ ਹੁਣ ਫਿਰ ਮਾਤਾ ਵੀ ਇਕੱਲੀ, ਕਿਉਂਕਿ ਜਿਹਨਾਂ ਜੀਵਨ ਕੱਢਿਆ ਇੰਨੇ ਸਾਲ 40-45 ਸਾਲ ਕੱਢਿਆ, ਉਹ ਤੋਂ ਅਲੱਗ ਹੋਣਾ ਵੀ ਔਖਾ। ਫਿਰ ਮਾਤਾ ਬਿਮਾਰ ਹੋ ਗਿਆ, ਹਸਪਤਾਲ ਦਾਖਲ ਰਹੇ। ਪਹਿਲਾਂ ਮਾਤਾ ਜੀ ਦਾ ਚਿਹਰਾ ਲਾਲ ਹੋ ਗਿਆ ਸੀ, ਬਹੁਤ ਸੋਹਣੇ ਹੋ ਗਏ ਸੀ, ਫਿਰ ਢਿੱਲੇ ਹੋਣ ਕਰਕੇ ਹਸਪਤਾਲ ਦਾਖਲ ਕਰਾਇਆ। ਹੁਣ ਛੁੱਟੀ ਮਿਲੀ ਆ ਪਰਸੋਂ ਚੌਥੇ। ਤੇ ਹੁਣ ਤੁਸੀਂ ਸਾਰੇ ਅਰਦਾਸ ਕਰਿਓ ਵੀ ਵਾਹਿਗੁਰੂ ਜੀ ਬਾਪੂ ਨੂੰ ਸਮੱਤ ਬਖਸ਼ਣ, ਵੀ ਉਹ ਵਾਪਸ ਆ ਜਾਣ। ਤੇ ਬਾਪੂ ਜੀ ਵੀ ਸਾਡੀ ਜੇ ਵੀਡੀਓ ਦੇਖ ਸੁਣ ਰਹੇ ਆ, ਦੇਖ ਤਾਂ ਸਕਦੇ ਨਹੀਂ, ਜੇ ਸੁਣ ਰਹੇ ਆ ਤਾਂ ਮਾਤਾ ਸੁਰਿੰਦਰ ਕੌਰ ਜੀ ਦਾ ਆਜੋ ਬਾਪੂ ਜੀ, ਸਾਥ ਦਿਓ ਆ ਕੇ। ਇਹ ਬੁਢਾਪੇ ਦੇ ਵਿੱਚ ਤੁਹਾਨੂੰ ਇੱਕ ਦੂਜੇ ਦੇ ਨਾਲ ਖੜਨ ਦੀ ਲੋੜ ਆ, ਅਲੱਗ ਹੋਣ ਦੀ ਨਹੀਂ। ਤੁਹਾਨੂੰ ਸਾਥ ਦੇਣਾ। ਜਦੋਂ ਤੁਸੀਂ ਬਲਾਈਂਡ ਹੋਏ ਸੀ ਵੀ ਮਾਤਾ ਨੇ 18-20 ਸਾਲ ਤੁਹਾਡਾ ਸਾਥ ਦਿੱਤਾ, ਨਹੀਂ ਤਾਂ ਇਹ ਵੀ ਉਦੋਂ ਜਵਾਨ ਸੀ, ਚਲੇ ਜਾਂਦੇ, ਪਾਸੇ ਹੋ ਜਾਂਦੇ। ਤੇ ਹੁਣ ਤਾਂ ਤੁਸੀਂ ਦੋਨੋਂ ਹੀ ਤਕਲੀਫ ਚੋਂ, ਤੁਹਾਨੂੰ ਦਿਖਾਈ ਨਹੀਂ ਦਿੰਦਾ, ਮਾਤਾ ਜੀ ਚੱਲ ਫਿਰ ਨਹੀਂ ਸਕਦੇ। ਤੁਹਾਨੂੰ ਦੋਨਾਂ ਨੂੰ ਸਹਾਰਾ ਬਣਨਾ ਚਾਹੀਦਾ ਇੱਕ ਦੂਸਰੇ ਦਾ। ਹੁਣ ਤੁਹਾਨੂੰ ਦੋਨਾਂ ਨੂੰ ਹੀ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ। ਤੇ ਬਾਪੂ ਜੀ ਬੇਨਤੀ ਹੈ ਸਾਡੀ, ਚੰਡੋਕ ਸਾਹਿਬ ਤੁਸੀਂ ਆ ਜਾਓ ਵਾਪਸ। ਆ ਕੇ ਆਪਾਂ ਦੋਨੇ ਇੱਕ ਸਾਈਡ ਤੇ ਕਿਤੇ ਵੀ ਜਿੱਥੇ ਕਹੋਗੇ ਮੰਜੇ ਲਾ ਲਾਂਗੇ ਆਪਾਂ, ਮਾਤਾ ਦਾ ਤੁਹਾਡੇ ਨਾਲ ਨੇੜੇ। ਤੁਸੀਂ ਆਪਣਾ ਦੋਨੋਂ ਜਾਣੇ ਗੱਲਾਂ ਬਾਤਾਂ ਮਾਰਦੇ ਆਪਣਾ ਜੀਵਨ ਬਤੀਤ ਕਰੋ। ਕਿਉਂ ਬੇਬੇ? ਠੀਕ ਆ? ਐ ਨਾ ਮੂੰਹ ਹੱਸਿਆ ਵੀ ਕਰ, ਰੋਣ ਵਾਲਾ ਮੂੰਹ ਕਰੀ ਰੱਖਦੀ ਸਾਰਾ ਦਿਨ। ਨਕਲੀ ਹਾਸਾ, ਇਹ ਨਕਲੀ ਹਾਸਾ, ਅਸਲੀ ਹਾਸਾ। ਕੋਈ ਨਾ ਮੇਰੀ ਮਾਂ, ਬਾਪੂ ਆਊਗਾ ਇੱਕ ਦਿਨ, ਮੈਨੂੰ ਵਾਅਦਾ ਵਾ। ਮੈਂ ਉਹਦੀਆਂ ਮਿਹਨਤਾਂ ਕਰ ਕਰਕੇ ਹੌਲੀ ਹੌਲੀ ਵੜਿਆ ਬੜੂ ਕੇ ਸੱਦ ਲੈਣਾ ਆਪਾਂ ਨੂੰ। ਠੀਕ ਆ? ਆਊਗਾ ਮੇਰੀ ਮਾਂ ਕੋਲੇ। ਮੇਰੀ ਠੀਕ ਹੈ। ਕਿੱਡੀਆਂ ਸਬਰ ਵਾਲੀਆਂ ਸਾਡੀਆਂ ਮਾਵਾਂ, ਕਿੱਡੇ ਜਿਗਰੇ ਵਾਲੀਆਂ ਸਾਡੀਆਂ ਮਾਵਾਂ। ਜਿੱਦਣ ਬਾਪੂ ਜਾਣਾ ਸੀ ਉਦੋਂ ਕੁਛ ਕੁ ਦਿਨ ਪਹਿਲਾਂ ਮੈਂ ਬੇਬੇ ਨੂੰ ਪੁੱਛਿਆ, ਮੈਂ ਕਿਹਾ ਬੇਬੇ ਬਾਪੂ ਜਾਣ ਨੂੰ ਕਹੀ ਜਾਂਦਾ ਵੀ ਨਹੀਂ ਤਾਂ ਆਪਾਂ ਮਨਾ ਕਰ ਦਿੰਦੇ ਆ ਉਹਨਾਂ ਨੂੰ ਵੀ ਆਇਓ ਨਾ ਭਾਈ ਲੈਣ। ਤੇ ਬੇਬੇ ਕਹਿੰਦੀ ਪੁੱਤ ਰਹਿਣ ਦੇ, ਜਾ ਲੈਣ ਦੇ, ਕੋਈ ਨਹੀਂ, ਇਹਦਾ ਮਾਂ ਨਾ ਜਾ ਆਉਣ। ਬੇਬੇ ਨੂੰ ਪਤਾ ਵੀ ਬਾਪੂ ਜਿੱਦੀ ਆ ਸੁਭਾਅ ਦਾ, ਵੀ ਇਹਦੀ ਜਿੱਦ ਆ ਇਹਨੇ ਛੱਡਣੀ ਨਹੀਂ, ਵੀ ਜਿਹੜੀ ਜਿੱਦ ਤੇ ਅੜ ਗਿਆ ਹੈ। ਬੇਬੇ ਬਾਪੂ ਸ਼ੁਰੂ ਤੋਂ ਜਿੱਦੀ ਸੀਗਾ, ਜਿਹੜੀ ਜਿੱਦ ਤੇ ਅੜ ਗਿਆ ਜਿੱਦ ਪੂਰੀ ਕਰਨੀ ਹੈ, ਪੂਰੀ ਕਰਨੀ। ਚਲ ਹੁਣ ਤਾਂ ਜਿੱਦ ਪੂਰੀ ਕਰ ਲਈ ਭਾਈ ਬਾਪੂ, ਹੁਣ ਤਾਂ ਮੁੜਿਆ ਤੂੰ ਹੈ ਭਾਈ। ਹੁਣ ਤਾਂ ਤੂੰ ਲਾਇਆ ਆ ਭਰਾ ਕੋਲੇ ਵੀ ਕੁਛ ਮਹੀਨਾ ਲਾ ਲਿਆ, 1.5 ਮਹੀਨਾ। ਜਿਹੜਾ ਉਹਨੂੰ ਪਰਿਵਾਰ ਆਇਆ ਸੀ ਉਹ ਵੀ ਗੱਲ ਕਰੀ ਜਾਂਦੇ ਸੀਗੇ। ਮਾਤਾ ਜਿਵੇਂ ਜਾਂਦੇ ਸੀ ਉਹਨਾਂ ਦੇ ਘਰੇ, ਇਹਨਾਂ ਦੇ ਰਿਲੇਟਿਵ ਸੀਗੇ। ਮਾਤਾ ਨੂੰ ਰਿਕਸ਼ੇ ਤੇ ਬਿਠਾ ਕੇ, ਤਾਂ ਮਾਤਾ ਠੀਕ ਸੀ, ਕੁੱਪ ਪੈ ਗਿਆ ਸੀ, ਫਿਰ ਵੀ ਉਹਨਾਂ ਨੂੰ ਹਰ ਵਾਰ ਜਿੱਥੇ ਵੀ ਜਾਂਦੇ ਸੀ ਨਾਲ ਹੀ ਲੈ ਕੇ ਜਾਂਦੇ ਸੀ ਬਾਪੂ ਨੂੰ। ਬਾਪੂ ਦੇ ਸੁਭਾਅ ਬਾਰੇ ਵੀ ਉਹ ਦੱਸਦੇ ਸੀ, ਕਹਿੰਦੇ ਬਾਪੂ ਦਾ ਸੁਭਾਅ ਬਹੁਤ ਜਿੱਦੀ ਆ। ਜਦੋਂ ਇਲਾਜ ਸ਼ੁਰੂ ਕਰਾਇਆ, ਹਾਂ ਸਾਰਾ ਕੁਝ ਸਹੀ ਸੀ।
ਪਰ ਪਤਾ ਨਹੀਂ ਉਹ ਜਿੱਦ ਵੀ ਕਈ ਵਾਰੀ ਨਾ, ਜਿੱਦ ਵੀ ਇੱਕ ਬਿਮਾਰੀ ਦਾ ਕਾਰਨ ਬਣ ਜਾਂਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਹਾਂ ਠੀਕ ਆ ਬਾਈ, ਠੀਕ ਆ ਬਾਈ, ਤੁਸੀਂ ਸੁਣਾਓ? ਹੋਰ ਸਿਹਤਾਂ ਠੀਕ ਆ ਜੀ? ਬਹੁਤ ਵਧੀਆ, ਬਹੁਤ ਵਧੀਆ। ਚਲੋ ਬਸ ਸਾਡੀ ਇੰਨੀ ਕੀ ਬੇਨਤੀ ਹੈ ਜੀ। ਇੱਕ ਮਿੰਟ ਬਾਈ ਜੀ, ਮਾੜਾ ਜਿਹਾ ਮਿਲਦੇ ਹਾਂ। ਇਹ ਤਾਂ ਸਾਡੇ ਤੋਸ਼ੀ ਭੂਆ ਸੁੱਤੀ ਪਈ ਆ ਹੁਣ, ਤੇ ਤੋਸ਼ੀ ਭੂਆ ਵੀ ਠੀਕ ਆ ਹੁਣ, ਵਾਹਿਗੁਰੂ ਦੀ ਮਿਹਰ ਨਾਲ। ਉੱਧਰ ਸਾਡੀ ਅਮਨ ਦੀ ਭੈਣ ਵੀ ਪਈ ਆ ਸੁੱਤੇ। ਤੇ ਇੱਕ ਅੱਜ ਸਾਡੇ ਪਰਿਵਾਰ 'ਚ ਦੁੱਖ ਦੀ ਖਬਰ ਵੀ ਆ। ਸਾਡੇ ਘਰ 'ਚ ਸੁੱਖ ਤੇ ਦੁੱਖ ਇਕੱਠੇ ਹੀ ਸਫ਼ਰ ਕਰਦੇ ਨੇ। ਅੱਜ ਬਾਪੂ ਦਲੀਪ ਸਿੰਘ ਜੀ ਚੜ੍ਹਾਈ ਕਰ ਗਏ ਨੇ ਤੜਕਿਓਂ। ਬਾਪੂ ਦਲੀਪ ਸਿੰਘ ਜੀ ਨੂੰ ਨਾਨਕਸਰ ਕਲੇਰਾਂ ਤੋਂ ਲੈ ਕੇ ਆਏ ਸੀ ਅਸੀਂ। ਬਾਪੂ ਜੀ ਆਪਣੇ ਢਿੱਡ 'ਚ ਗਲ 'ਚ ਕਿਰਪਾਨਾਂ ਮਾਰ ਰਹੇ ਸੀ ਆਪਦੇ ਆਪ ਹੀ। ਖੂਨ ਦਾ ਭਰਿਆ ਹੋਇਆ ਡੱਬੀ ਉੱਥੇ ਰੱਖੀ ਬੈਠੇ ਸੀ ਕੋਲੇ ਡਰੱਬ, ਤੇ ਲੱਤ ਵੱਢੀ ਹੋਈ ਸੀ, ਟਰਾਈਸਾਈਕਲ ਤੇ ਚੱਲਦੇ ਸੀ। ਤੇ ਉਹ ਸਹਾਰਨਪੁਰ ਯੂਪੀ ਦੇ ਰਹਿਣ ਵਾਲੇ ਸੀ। ਬਹੁਤ ਸਾਲਾਂ ਤੋਂ ਨਾਨਕਸਰ ਰਹਿ ਕੇ ਆਪਣਾ ਟਾਈਮ ਪਾਸ ਕਰਦੇ ਸੀ। ਬਾਪੂ ਕਹਿੰਦਾ ਮੈਂ ਜਿੰਨੇ ਪੈਸੇ ਕਮਾਉਂਦਾ ਜਾਂ ਕੋਈ ਸੰਗਤ ਦੇ ਜਾਂਦੀ, ਪਿਆਰ ਬਹੁਤ ਕਰਦੇ ਸੀ ਲੋਕ, ਮੈਂ ਉੱਥੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਦੇਈ ਜਾਂਦਾ। ਹੁਣ ਕਹਿੰਦਾ ਮੈਂ ਬਿਮਾਰ ਹੋ ਗਿਆ, 14-15 ਦਿਨ ਤੋਂ ਬਿਮਾਰ ਸੀ, ਰੋਟੀ ਵੀ ਨਹੀਂ ਖਾ ਹੁੰਦੀ ਸੀ, ਤੇ ਮੈਂ ਪੈਸੇ ਮੰਗੇ ਉਹਨਾਂ ਤੋਂ, ਕਿਸੇ ਨੇ ਮੇਰੇ ਪੈਸੇ ਨਹੀਂ ਦਿੱਤੇ, ਮੈਨੂੰ ਕਿਸੇ ਨੇ ਦਾਖਲ ਨਹੀਂ ਕਰਾਇਆ, ਕਿਸੇ ਨੇ ਸਹਾਰਾ ਨਹੀਂ ਦਿੱਤਾ। ਵੀ ਫਿਰ ਮੈਂ ਸੋਚਿਆ ਵੀ ਕਿਉਂ ਨਾ ਮੈਂ ਆਪਦੇ ਆਪ ਨੂੰ ਹੀ ਖਤਮ ਕਰ ਲਾਂ। ਤੇ ਪਰ ਉਹ ਗੁਰੂ ਦੀ ਕਿਰਪਾ ਹੋਈ, ਸੱਚੇ ਪਾਤਸ਼ਾਹ ਨੇ ਸਾਨੂੰ ਡਿਊਟੀ ਬਖਸ਼ੀ। ਬਾਪੂ ਜੀ ਨੂੰ ਉਦੋਂ ਉੱਥੋਂ ਲੈ ਕੇ ਆਏ ਸੀ 4 ਮਹੀਨੇ ਪਹਿਲਾਂ, ਸਿਆਲਾਂ 'ਚ ਠੀਕ ਹੋ ਗਏ ਸੀ, ਛੁੱਟੀ ਵੀ ਮਿਲ ਗਈ ਸੀ। ਤੇ ਪਰ ਉਹਨਾਂ ਦੀ ਸਿਹਤ ਆ ਜਿਹੜੀ ਬਜ਼ੁਰਗ ਹੋਣ ਕਰਕੇ, ਇੱਕ ਜਿਹੜੀ ਉਹਨਾਂ ਦੇ ਅੰਦਰ ਡੈਮੇਜ ਹੋ ਗਿਆ ਸੀ, ਇੱਕ ਕਿਰਪਾਨ ਬਹੁਤ ਡੂੰਘੀ ਵੱਜੀ ਸੀ ਉਹਨਾਂ ਦੇ ਅੰਦਰ, ਤੇ ਉਹਦੇ ਨਾਲ ਉਹਨਾਂ ਦੀ ਇਨਫੈਕਸ਼ਨ ਨਹੀਂ ਸੀ ਲੋਟ ਆ ਰਹੀ। ਅੱਜ ਤੜਕਿਓਂ ਕਰੀਬ 3 ਵਜੇ ਇਸ ਦੁਨੀਆ ਤੋਂ ਚਲੇ ਗਏ ਨੇ। ਬਾਪੂ ਦਲੀਪ ਸਿੰਘ ਜੀ ਦਾ ਸੰਸਕਾਰ ਅਸੀਂ ਕੱਲ੍ਹ ਨੂੰ ਕਰਾਂਗੇ ਇੱਥੇ ਸੁਪਨਿਆਂ ਦੇ ਘਰ ਦੇ ਵਿੱਚ ਹੀ, ਤੇ ਉੱਥੇ ਪਿੰਡ ਸ਼ਮਸ਼ਾਨ ਘਾਟ 'ਚ। ਅਰਦਾਸ ਕਰਿਓ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਮੈਂ ਇੱਧਰ ਵੀ ਦੋਨੋਂ ਦਿਖਾ ਦਿਓ ਮਾਂ, ਕ੍ਰਿਸ਼ਨ ਮਾਤਾ ਤੇ ਇਹ ਭੈਣ ਅੰਜਲੀ ਆ ਜੀ। ਕਾਰ ਕੱਢ ਦੇ। ਤੁਸੀਂ ਦੇਖਿਆ ਸੀ ਵੀਡੀਓ ਦੇ ਵਿੱਚ, ਲੁਧਿਆਣੇ ਤੋਂ ਕਿਲੇ ਮਹੱਲੇ ਤੋਂ ਲੈ ਕੇ ਆਏ ਸੀਗੇ। ਨਾਲ ਭੈਣ ਦੀ ਮੰਮੀ ਪਏ ਨੇ, ਬ੍ਰਦਰ ਆ ਭੈਣ ਦਾ, ਆਪਦੀ ਭੈਣ ਤੇ ਆਪਦੀ ਦਾਦਾ ਦੀ ਸਾਡੇ ਨਾਲ ਰਲ ਕੇ ਬਹੁਤ ਜ਼ਿਆਦਾ ਸੇਵਾ ਕਰਦਾ ਵਾ। ਭੈਣ ਨੂੰ 2-3 ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਆ। ਸਾਰੇ ਭੈਣ ਭਰਾ ਇਹਨਾਂ ਸਾਡੇ ਪਰਿਵਾਰਕ ਮੈਂਬਰਾਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਸਤੇ ਜ਼ਰੂਰ ਅਰਦਾਸ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਜਲੀ ਭੈਣੇ ਠੀਕ ਆ? ਬਿਲਕੁਲ।